हाँ जी स्टूडेंट्स, ਅੱਜ ਅਸੀਂ ਆਪਣੀ ਪਲੱਸ 2 ਕਲਾਸ ਸੈਕਸ਼ਨ ਸੀ ਦੀ 6ਵੀਂ ਸਟੋਰੀ ਦਾ ਬੁੱਲ ਬੀਨੀਥ ਦਾ ਅਰਥ ਜਿਸ ਨੂੰ ਕਿ ਕੁਲਵੰਤ ਸਿੰਘ ਵਿਰਕ ਨੇ ਲਿਖਿਆ ਹੋਇਆ ਹੈ। ਇਸ ਸਟੋਰੀ ਦੇ ਅਸੀਂ ਸ਼ਾਰਟ ਆਨਸਰ ਟਾਈਪ ਕੁਐਸਚਨਸ ਡਿਸਕਸ ਕਰਾਂਗੇ। ਸਟੂਡੈਂਟਸ, ਇਹ ਵੀਡੀਓ ਇਸ ਚੈਪਟਰ ਦੀ ਸੀਰੀਜ਼ ਦਾ ਸਾਡਾ ਚੌਥਾ ਵੀਡੀਓ ਹੋਏਗਾ। ਸਟੂਡੈਂਟਸ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਇਸ ਚੈਪਟਰ ਦੇ ਪਹਿਲੇ 3 ਵੀਡੀਓਜ਼ ਦੇ ਵਿੱਚ ਇਸ ਚੈਪਟਰ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਤੁਹਾਡੇ ਨਾਲ ਸ਼ੇਅਰ ਕੀਤੀ ਹੈ। ਜਿਵੇਂ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ, ਮੈਂ ਇਸ ਚੈਪਟਰ ਦੇ ਕੰਪਲੀਟ ਟੈਕਸਟ ਨੂੰ ਬਹੁਤ ਹੀ ਈਜ਼ੀ ਲੈਂਗੁਏਜ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਅਤੇ ਮੈਂ ਇਸ ਚੈਪਟਰ ਦੇ ਵਿੱਚ ਆਏ ਜੋ ਡਿਫਿਕਲਟ ਵਰਡਸ ਨੇ ਉਹਨਾਂ ਨੂੰ ਨਾਲ ਐਕਸਪਲੇਨ ਕੀਤਾ ਹੈ। ਈਵਨ ਕਿ ਚੈਪਟਰ ਦੇ ਐਂਡ ਦੇ ਵਿੱਚ ਜੋ ਤੁਹਾਡੀ ਗਲੋਸਰੀ ਦਿੱਤੀ ਹੁੰਦੀ ਹੈ ਉਸ ਦੇ ਵਿੱਚ ਜਿੰਨੇ ਵੀ ਵਰਡਸ ਆਏ ਨੇ ਉਹ ਵੀ ਤੁਹਾਨੂੰ ਮੈਂ ਨਾਲੋਂ ਨਾਲ ਐਕਸਪਲੇਨ ਕੀਤੇ ਨੇ। ਤਾਂ ਮੈਨੂੰ ਪੂਰੀ ਉਮੀਦ ਹੈ ਬੱਚਿਓ ਕਿ ਤੁਸੀਂ ਇਹ ਸਾਰੇ ਟੈਕਸਟ ਦੀ ਐਕਸਪਲੇਨੇਸ਼ਨ ਵਾਲੇ ਤਿੰਨੇ ਵੀਡੀਓਜ਼ ਜ਼ਰੂਰ ਦੇਖੇ ਹੋਣਗੇ। ਜੇਕਰ ਤੁਸੀਂ ਇਹ ਵੀਡੀਓਜ਼ ਨਹੀਂ ਦੇਖੇ ਤਾਂ ਫਿਰ ਮੈਂ ਤੁਹਾਨੂੰ ਅਪੀਲ ਕਰਾਂਗਾ ਕਿ ਤੁਸੀਂ ਸਕਰੀਨ ਦੇ ਟੌਪ ਰਾਈਟ ਕਾਰਨਰ ਤੇ ਦਿੱਤੇ ਹੋਏ ਮੇਰੀ ਪਲੱਸ 2 ਕਲਾਸ ਦੀ ਬਣਾਈ ਹੋਈ ਵੀਡੀਓਜ਼ ਦੀ ਕੰਪਲੀਟ ਪਲੇਲਿਸਟ ਤੇ ਜਾ ਕੇ ਇਹ ਵੀਡੀਓਜ਼ ਤੁਸੀਂ ਜ਼ਰੂਰ ਦੇਖੋ, ਕਿਉਂਕਿ ਤਾਂ ਹੀ ਫਿਰ ਤੁਹਾਨੂੰ ਅੱਜ ਦੇ ਕੁਐਸਚਨ ਆਨਸਰਸ ਚੰਗੀ ਤਰ੍ਹਾਂ ਸਮਝ ਆ ਸਕਦੇ ਹਨ। ਨਹੀਂ ਤਾਂ ਫਿਰ ਤੁਸੀਂ ਇਹਨਾਂ ਕੁਐਸਚਨ ਆਨਸਰਸ ਤੇ ਰੱਟੇ ਲਗਾਓਗੇ ਅਤੇ ਮੈਂ ਕਦੇ ਵੀ ਨਹੀਂ ਚਾਹੁੰਦਾ ਕਿ ਜਿਹੜੇ ਸਟੂਡੈਂਟਸ ਮੈਨੂੰ ਫੋਲੋ ਕਰਦੇ ਨੇ ਉਹ ਕੁਐਸਚਨ ਆਨਸਰਸ ਦੇ ਰੱਟੇ ਲਗਾਉਣ। ਸਟੂਡੈਂਟਸ ਨੂੰ ਹਮੇਸ਼ਾ ਕ੍ਰੈਮਿੰਗ ਨੂੰ ਅਵੋਇਡ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਅਵੋਇਡ ਕਰਨ ਦਾ ਬੱਚਿਓ ਇੱਕੋ ਇੱਕ ਜ਼ਰੀਆ ਹੈ ਕਿ ਅਸੀਂ ਟੈਕਸਟ ਨੂੰ ਅੱਛੀ ਤਰ੍ਹਾਂ ਸਮਝੀਏ। ਜਦੋਂ ਤੁਸੀਂ ਇਹ ਤਿੰਨੇ ਵੀਡੀਓਜ਼ ਦੇਖ ਲਵੋਗੇ ਫਿਰ ਤੁਸੀਂ ਜਦੋਂ ਸ਼ਾਰਟ ਆਨਸਰ ਟਾਈਪ ਕੁਐਸਚਨਸ ਵਾਲਾ ਇਹ ਵੀਡੀਓ ਦੇਖੋਗੇ ਤਾਂ ਤੁਸੀਂ ਇਹਨਾਂ ਕੁਐਸਚਨ ਆਨਸਰਸ ਨੂੰ ਬਹੁਤ ਹੀ ਈਜ਼ਲੀ ਤਰੀਕੇ ਨਾਲ ਸਮਝ ਵੀ ਪਾਓਗੇ ਅਤੇ ਯਾਦ ਕਰ ਪਾਓਗੇ। ਤਾਂ ਸਟੂਡੈਂਟਸ, ਮੈਨੂੰ ਉਮੀਦ ਹੈ ਕਿ ਤੁਸੀਂ ਵੀਡੀਓ ਜ਼ਰੂਰ ਦੇਖੋਗੇ। ਜਿਹੜੇ ਸਟੂਡੈਂਟਸ ਨੇ ਵੀਡੀਓਜ਼ ਆਲਰੇਡੀ ਦੇਖ ਰੱਖੇ ਨੇ ਉਹ ਅੱਜ ਵਾਲਾ ਵੀਡੀਓ ਕੰਟੀਨਿਊ ਕਰ ਸਕਦੇ ਹਨ। ਤਾਂ ਸਟੂਡੈਂਟਸ, ਤੁਹਾਡੀ ਬੁੱਕ ਦੇ ਪੇਜ ਨੰਬਰ 169 ਦੇ ਉੱਪਰ ਕੰਪਰੀਹੈਂਸ਼ਨ ਕੁਐਸਚਨਸ ਦੀ ਪਹਿਲੀ ਐਕਸਰਸਾਈਜ਼ ਦੇ ਵਿੱਚ ਟੋਟਲ 12 ਕੁਐਸਚਨਸ ਨੇ। ਤਾਂ ਬੱਚਿਓ, ਇਹ ਸਾਰੇ ਸ਼ਾਰਟ ਆਨਸਰ ਟਾਈਪ ਕੁਐਸਚਨਸ ਨੇ ਜਿਨ੍ਹਾਂ ਦੇ ਆਨਸਰ ਆਪਾਂ ਨੇ 10 ਤੋਂ 15 ਵਰਡਸ ਦੇ ਵਿੱਚ ਦੇਣੇ ਹੁੰਦੇ ਨੇ। ਤਾਂ ਬੱਚਿਓ, ਇਹ ਸਾਰੇ ਕੁਐਸਚਨਸ ਹੀ ਬਹੁਤ ਇੰਪੋਰਟੈਂਟ ਨੇ। ਤਾਂ ਮੈਂ ਅੱਜ ਵਾਲੇ ਵੀਡੀਓ ਦੇ ਵਿੱਚ ਇਹ 12 ਦੇ 12 ਕੁਐਸਚਨਸ ਦੇ ਆਨਸਰਸ ਤੁਹਾਡੇ ਨਾਲ ਡਿਸਕਸ ਕੀਤੇ ਨੇ ਅਤੇ ਮੈਂ ਇਹਨਾਂ ਸਾਰੇ ਕੁਐਸਚਨਸ ਦੇ ਆਨਸਰਸ ਬਹੁਤ ਹੀ ਈਜ਼ੀ ਸੈਂਟੈਂਸਿਸ ਦੇ ਵਿੱਚ ਬਣਾਏ ਨੇ ਜਿਨ੍ਹਾਂ ਨੂੰ ਸਮਝਣਾ ਅਤੇ ਯਾਦ ਕਰਨਾ ਬਹੁਤ ਹੀ ਸੌਖਾ ਹੈ। ਸਟੂਡੈਂਟਸ, ਮੈਂ ਇੱਥੇ ਵੀ ਦੱਸਣਾ ਚਾਹਾਂਗਾ ਕਿ ਮੈਂ ਪਲੱਸ 2 ਕਲਾਸ ਦੇ ਸੈਕਸ਼ਨ ਸੀ ਦੇ ਵਿੱਚ ਸ਼ਾਮਿਲ ਪਹਿਲੀਆਂ 5 ਸਟੋਰੀਜ਼ ਆਲਰੇਡੀ ਕਵਰ ਕਰ ਚੁੱਕਿਆ ਹਾਂ। ਇਹਦੇ ਵਿੱਚ ਪਹਿਲੀ ਸਟੋਰੀ ਦਾ ਸਕੂਲ ਫॉर ਸਿੰਪਥੀ, ਦੂਸਰੀ ਸਟੋਰੀ ਆ ਕਮੇਲੀਅਨ, ਤੀਸਰੀ ਭੋਲੀ, ਚੌਥੀ ਦਾ ਗੋਲਡ ਫਰੇਮ ਅਤੇ ਪੰਜਵੀਂ ਦਾ ਬਾਬਰਸ ਟ੍ਰੇਡ ਯੂਨੀਅਨ ਸ਼ਾਮਿਲ ਨੇ। ਮੈਂ ਇਹਨਾਂ ਸਾਰੀਆਂ ਸਟੋਰੀਜ਼ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਦੇ ਵੀਡੀਓਜ਼ ਤਾਂ ਤੁਹਾਡੇ ਨਾਲ ਸ਼ੇਅਰ ਕੀਤੇ ਹੀ ਨੇ। ਨਾਲ ਹੀ ਇਹਨਾਂ ਸਟੋਰੀਜ਼ ਦੇ ਐਂਡ ਦੇ ਵਿੱਚ ਦਿੱਤੇ ਹੋਏ ਸ਼ਾਰਟ ਆਨਸਰ ਟਾਈਪ ਕੁਐਸਚਨਸ ਅਤੇ ਲੌਂਗ ਆਨਸਰ ਟਾਈਪ ਕੁਐਸਚਨਸ ਦੇ ਵੀ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। ਉਮੀਦ ਹੈ ਬੱਚਿਓ ਕਿ ਤੁਸੀਂ ਮੇਰੇ ਦੁਆਰਾ ਬਣਾਏ ਹੋਏ ਇਹਨਾਂ ਸਟੋਰੀਜ਼ ਦੇ ਸਾਰੇ ਵੀਡੀਓਜ਼ ਜ਼ਰੂਰ ਦੇਖੇ ਹੋਣਗੇ। ਜੇਕਰ ਤੁਹਾਡਾ ਕੋਈ ਵੀ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ ਪਲੱਸ 2 ਕਲਾਸ ਦੀ ਪਲੇਲਿਸਟ ਦਾ ਲਿੰਕ ਸ਼ੇਅਰ ਕਰ ਰਿਹਾ ਹਾਂ ਜਿਸ ਉੱਤੇ ਜਾ ਕੇ ਤੁਸੀਂ ਇਹ ਸਾਰੇ ਵੀਡੀਓਜ਼ ਦੇਖ ਸਕਦੇ ਹੋ। ਸਟੂਡੈਂਟ, ਸਾਡਾ ਪਹਿਲਾ ਸ਼ਾਰਟ ਆਨਸਰ ਟਾਈਪ ਕੁਐਸਚਨ ਹੈ ਕਿ ਹੂ ਵਰ ਮਾਨ ਸਿੰਘ ਐਂਡ ਕਰਮ ਸਿੰਘ। ਕਾਫੀ ਇੰਪੋਰਟੈਂਟ ਕੁਐਸਚਨ ਹੈ ਬੱਚਿਓ, ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਦੇ ਨਾਲ ਬੱਚਿਓ ਇਹ ਕਾਫੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ। ਤਾਂ ਸਟੂਡੈਂਟਸ, ਅਸੀਂ ਇਹ ਸਾਰਾ ਚੈਪਟਰ ਪੜ੍ਹਿਆ, ਸਾਰੀ ਸਟੋਰੀ ਸਾਨੂੰ ਪਤਾ ਹੈ ਕਿ ਇਸ ਸਟੋਰੀ ਦੇ ਦੋ ਹੀ ਮੇਨ ਪਾਤਰ ਨੇ, ਇੱਕ ਹੈ ਮਾਨ ਸਿੰਘ ਅਤੇ ਦੂਸਰਾ ਕਰਮ ਸਿੰਘ। ਮਾਨ ਸਿੰਘ ਤੇ ਕਰਮ ਸਿੰਘ ਦੋਨੇ ਹੀ ਆਰਮੀ ਦੇ ਵਿੱਚ ਇੱਕ ਦੂਜੇ ਨੂੰ ਮਿਲੇ ਸੀ ਅਤੇ ਬਹੁਤ ਹੀ ਜ਼ਿਆਦਾ ਗੂੜੇ ਦੋਸਤ ਸੀ। ਤਾਂ ਬੱਚਿਓ, ਇਸ ਬਾਰੇ ਰਾਈਟਰ ਨੇ ਚੈਪਟਰ ਦੇ ਵਿੱਚ ਵੀ ਲਿਖਿਆ ਹੈ ਤੇ ਉਸਨੇ ਕਿਹਾ ਹੈ ਕਿ ਸਾਨੂੰ ਆਰਮੀ ਤੋਂ ਬਿਨਾਂ ਹੋਰ ਕਿਹੜੀ ਜਗ੍ਹਾ ਦੇ ਵਿੱਚ ਦੋ ਇਨਸਾਨਾਂ ਦੇ ਵਿਚਕਾਰ ਇੱਕ ਡੀਪਰ ਅਤੇ ਫਰਮਰ ਫਰੈਂਡਸ਼ਿਪ ਮਿਲ ਸਕਦੀ ਹੈ। ਇੱਕ ਡੂੰਘੀ ਅਤੇ ਮਜ਼ਬੂਤ ਦੋਸਤੀ ਸਾਨੂੰ ਹੋਰ ਕਿਤੇ ਨਹੀਂ ਮਿਲਦੀ ਸਿਵਾਏ ਫੌਜ ਤੋਂ। ਅਤੇ ਇਹ ਦੋਵੇਂ ਜਣੇ ਭਾਰਤੀ ਫੌਜ ਦੀ ਇੱਕ ਰੈਜੀਮੈਂਟ ਦੇ ਸਿਪਾਹੀ ਸੀ ਅਤੇ ਉਹ ਉਸ ਸਮੇਂ ਬਰਮਾ ਫਰੰਟ ਦੇ ਉੱਪਰ ਇੱਕੋ ਹੀ ਬਟਾਲੀਅਨ ਦੇ ਵਿੱਚ ਲੜ ਰਹੇ ਸੀ। ਤਾਂ ਬੱਚਿਓ, ਅਸੀਂ ਇਹਦਾ ਆਨਸਰ ਇਹੀ ਲਿਖਾਂਗੇ ਕਿ ਮਾਨ ਸਿੰਘ ਐਂਡ ਕਰਮ ਸਿੰਘ ਵਰ ਟੂ ਫਰੈਂਡਸ, ਕਿ ਮਾਨ ਸਿੰਘ ਅਤੇ ਕਰਮ ਸਿੰਘ ਦੋ ਦੋਸਤ ਸੀ। They had been in the same regimental center in the Indian Army। ਤਾਂ ਭਾਰਤੀ ਫੌਜ ਦੇ ਵਿੱਚ, ਇੰਡੀਅਨ ਆਰਮੀ ਦਾ ਮਤਲਬ ਹੋ ਗਿਆ ਬੱਚਿਓ ਭਾਰਤੀ ਫੌਜ, ਤਾਂ ਭਾਰਤੀ ਫੌਜ ਦੀ ਇੱਕੋ ਹੀ ਰੈਜੀਮੈਂਟਲ ਸੈਂਟਰ ਦੇ ਵਿੱਚ। ਨਾ ਰੈਜੀਮੈਂਟਲ ਸੈਂਟਰ ਦਾ ਮਤਲਬ ਕਿ ਇੱਕੋ ਹੀ ਫੌਜ ਦੀ ਟੁਕੜੀ ਦੇ ਵਿੱਚ ਸੀਗੇ ਉਹ। ਹੁਣ ਤੁਹਾਨੂੰ ਪਤਾ ਬੱਚਿਓ ਕਈ ਸਾਰੀਆਂ ਰੈਜੀਮੈਂਟਸ ਹੁੰਦੀਆਂ ਨੇ ਫੌਜ ਦੀਆਂ,
ਜਿਵੇਂ ਗੋਰਖਾ ਰੈਜੀਮੈਂਟ ਹੁੰਦੀ ਹੈ, ਸਿੱਖ ਰੈਜੀਮੈਂਟ ਹੁੰਦੀ ਹੈ, ਅਤੇ ਇਸੇ ਤਰ੍ਹਾਂ ਉਹ ਇੱਕੋ ਹੀ ਰੈਜੀਮੈਂਟ ਦੇ ਵਿੱਚ ਫੌਜੀ ਸੀ। ਦੇ ਵਰ ਨਾਓ ਸਰਵਿੰਗ ਟੁਗੈਦਰ ਇਨ ਅ ਬਟਾਲੀਅਨ ਔਨ ਦਾ ਬਰਮਾ ਫਰੰਟ, ਅਤੇ ਉਹ ਹੁਣ ਬਰਮਾ ਫਰੰਟ ਦੇ ਉੱਪਰ ਨਾ, ਬਰਮਾ ਫਰੰਟ ਦਾ ਮਤਲਬ ਬੱਚੇ ਮੈਂ ਤੁਹਾਨੂੰ ਚੈਪਟਰ 'ਚ ਵੀ ਦੱਸਿਆ ਸੀ ਕਿ ਬਰਮਾ ਸਾਡਾ ਇੱਕ ਗੁਆਂਢੀ ਦੇਸ਼ ਹੈ ਜਿਸ ਦਾ ਅੱਜ ਕੱਲ੍ਹ ਨਾਮ ਚੇਂਜ ਹੋ ਗਿਆ, ਉਸ ਦਾ ਨਾਮ ਹੈ ਮਿਆਂਮਾਰ। ਤਾਂ ਉੱਥੇ ਲੜਾਈ ਚੱਲ ਰਹੀ ਸੀ। ਐਕਚੁਅਲੀ ਇਹ ਸਮਾਂ ਸਾਡੀ ਆਜ਼ਾਦੀ ਤੋਂ ਪਹਿਲਾਂ ਦਾ ਸਮਾਂ ਹੈ। ਉਸ ਸਮੇਂ ਸਾਡੇ ਉੱਪਰ ਅੰਗਰੇਜ਼ਾਂ ਦਾ ਰਾਜ ਸੀ ਅਤੇ ਅੰਗਰੇਜ਼ਾਂ ਦੀ ਤਰਫੋਂ ਸਾਡੇ ਭਾਰਤੀ ਸਿਪਾਹੀ ਲੜ ਰਹੇ ਸੀ, ਦੂਸਰੇ ਪਾਸੇ ਜਾਪਾਨੀ ਸਿਪਾਹੀ ਸੀ। ਤਾਂ ਉਸ ਫਰੰਟ ਦੇ ਉੱਪਰ ਇਹ ਦੋਵੇਂ ਜਣੇ ਇੱਕੋ ਹੀ ਬਟਾਲੀਅਨ ਦੇ ਵਿੱਚ ਲੜ ਰਹੇ ਸੀ, ਇੱਕੋ ਹੀ ਫੌਜ ਦੀ ਟੁਕੜੀ ਦੇ ਵਿੱਚ ਲੜ ਰਹੇ ਸੀ। ਇੱਥੇ ਬਟਾਲੀਅਨ ਦਾ ਮਤਲਬ ਬੱਚਿਓ ਫੌਜ ਦੀ ਟੁਕੜੀ ਹੈ। ਸਰਵਿੰਗ ਦਾ ਮਤਲਬ ਸੇਵਾ ਕਰਨਾ, ਟੁਗੈਦਰ ਦਾ ਮਤਲਬ ਇਕੱਠੇ। ਸਟੂਡੈਂਟ ਸਾਡਾ ਸੈਕਿੰਡ ਕੁਐਸਚਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਪੇਪਰਾਂ ਦੇ ਵਿੱਚ ਆ ਸਕਦਾ ਹੈ ਕਿ ਵਟ ਵਰ ਦਾ ਡੈਜ਼ਿਗਨੇਸ਼ਨਸ ਆਫ ਕਰਮ ਸਿੰਘ ਐਂਡ ਮਾਨ ਸਿੰਘ ਇਨ ਦਾ ਆਰਮੀ। ਤਾਂ ਫੌਜ ਦੇ ਵਿੱਚ ਕਰਮ ਸਿੰਘ ਅਤੇ ਮਾਨ ਸਿੰਘ ਦਾ ਅਹੁਦਾ ਕੀ ਸੀ? ਡੈਜ਼ਿਗਨੇਸ਼ਨ ਦਾ ਮਤਲਬ ਹੈ ਬੱਚਿਓ ਅਹੁਦਾ ਜਾਂ ਪਦਵੀ, ਜਿਹਨੂੰ ਤੁਸੀਂ ਕਹਿ ਸਕਦੇ ਹੋ। ਇਹਨਾਂ ਦੋਨਾਂ ਦਾ ਅਹੁਦਾ ਕੀ ਸੀ ਫੌਜ ਦੇ ਵਿੱਚ? ਤਾਂ ਬੱਚਿਓ ਸਾਨੂੰ ਪਤਾ ਹੈ ਕਿ ਕਰਮ ਸਿੰਘ ਥੋੜਾ ਫੌਜ ਦੇ ਵਿੱਚ ਪਹਿਲਾਂ ਆਇਆ ਸੀ, ਇਸ ਕਰਕੇ ਉਸ ਦੀ ਪ੍ਰਮੋਸ਼ਨ ਹੋ ਗਈ ਸੀ, ਉਹ ਹੁਣ ਹਵਾਲਦਾਰ ਬਣ ਚੁੱਕਿਆ ਸੀ। ਲੇਕਿਨ ਮਾਨ ਸਿੰਘ ਹਜੇ ਥੋੜੀ ਲੇਟ ਆਇਆ ਸੀ, ਹਜੇ ਉਹ ਫੌਜ ਦੇ ਵਿੱਚ ਨਵਾਂ ਆਇਆ ਸੀ ਅਤੇ ਉਹ ਹਜੇ ਨਾਇਕ ਦੇ ਪੌਦੇ ਤੇ ਹੀ ਪਹੁੰਚਿਆ ਸੀ। ਤਾਂ ਅਸੀਂ ਆਨਸਰ ਇਹੀ ਲਿਖਾਂਗੇ ਕਿ ਕਰਮ ਸਿੰਘ ਵਾਜ਼ ਅ ਹਵਾਲਦਾਰ ਐਂਡ ਮਾਨ ਸਿੰਘ ਵਾਜ਼ ਅ ਨਾਇਕ। ਤਾਂ ਬੱਚਿਓ ਧਿਆਨ ਰੱਖਣਾ ਹੈ ਕਿ ਕਰਮ ਸਿੰਘ ਹਵਾਲਦਾਰ ਸੀ ਅਤੇ ਮਾਨ ਸਿੰਘ ਇੱਕ ਨਾਇਕ ਦੇ ਪਦ ਤੇ ਕੰਮ ਕਰ ਰਿਹਾ ਸੀ। ਸਟੂਡੈਂਟ ਸਾਡਾ ਥਰਡ ਕੁਐਸਚਨ ਹੈ ਕਿ ਵੇਅਰ ਡਿਡ ਮਾਨ ਸਿੰਘ ਗੋ ਵੈਨ ਹੀ ਗੋਟ ਅ ਫਿਊ ਡੇਜ਼ ਲੀਵ। ਇਹ ਵੀ ਇੰਪੋਰਟੈਂਟ ਕੁਐਸਚਨ ਹੈ ਬੱਚੇ। ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਇਸ ਚੈਪਟਰ ਦੇ ਵਿੱਚੋਂ ਕੋਈ ਨਾ ਕੋਈ ਸ਼ਾਰਟ ਆਨਸਰ ਟਾਈਪ ਕੁਐਸਚਨ ਤੁਹਾਡੇ ਐਗਜ਼ਾਮ ਦੇ ਵਿੱਚ ਜ਼ਰੂਰ ਆਏਗਾ। ਇਹ ਇੰਨਾ ਇੰਪੋਰਟੈਂਟ ਚੈਪਟਰ ਹੈ, ਇਸ ਕਰਕੇ ਇਹ ਵਾਲਾ ਵੀਡੀਓ ਬੱਚਿਓ ਤੁਸੀਂ ਧਿਆਨ ਨਾਲ ਦੇਖਣਾ ਹੈ, ਸਮਝਣਾ ਹੈ, ਅਤੇ ਇੱਕ ਵਾਰੀ ਸਮਝ ਕੇ ਬੱਚਿਓ ਤੁਸੀਂ ਇਹ ਸਾਰੇ ਆਨਸਰਸ ਆਪ ਲਿਖ ਕੇ ਦੇਖਣੇ ਨੇ ਤਾਂ ਕਿ ਤੁਸੀਂ ਆਪਣੇ ਆਪ ਨੂੰ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਦੇ ਨਾਲ ਪੂਰੀ ਤਰ੍ਹਾਂ ਪ੍ਰੀਪੇਅਰ ਕਰ ਪਾਓ। ਤਾਂ ਥਰਡ ਕੁਐਸਚਨ ਹੈ ਜੀ ਵੇਅਰ ਦਾ ਮਤਲਬ ਹੁੰਦਾ ਬੱਚਿਓ ਕਿੱਥੇ। ਇਹਦਾ ਮਤਲਬ ਹਮੇਸ਼ਾ ਕਿਸੇ ਜਗ੍ਹਾ ਬਾਰੇ ਪੁੱਛਿਆ ਜਾਂਦਾ ਹੈ ਕਿ ਕਿੱਥੇ ਮਾਨ ਸਿੰਘ ਗਿਆ ਵੈਨ ਹੀ ਗੋਟ ਅ ਫਿਊ ਡੇਜ਼ ਲੀਵ, ਜਦੋਂ ਉਸ ਨੂੰ ਕੁਝ ਦਿਨਾਂ ਦੀ ਛੁੱਟੀ ਮਿਲੀ। ਲੀਵ ਦਾ ਮਤਲਬ ਇੱਥੇ ਬੱਚਿਓ ਛੁੱਟੀ ਹੋ ਗਈ। ਆ ਫਿਊ ਡੇਜ਼ ਕੁਛ ਦਿਨ, ਆ ਫਿਊ ਦਾ ਮਤਲਬ ਇੱਥੇ ਡਿਟਰਮੀਨਰ ਲੱਗਿਆ ਹੋਇਆ ਹੈ, ਤਾਂ ਇਹਦਾ ਮਤਲਬ ਅਸੀਂ ਪੋਜ਼ਿਟਿਵ ਸੈਂਸ ਦੇ ਵਿੱਚ ਲੈਂਦੇ ਹਾਂ ਕਿ ਕੁਛ ਦਿਨ। ਤਾਂ ਬੱਚਿਓ ਸਾਨੂੰ ਪਤਾ ਹੈ, ਅਸੀਂ ਚੈਪਟਰ ਪੜ੍ਹਿਆ ਹੈ ਕਿ ਮਾਨ ਸਿੰਘ ਅਤੇ ਕਰਮ ਸਿੰਘ ਦੋਵੇਂ ਹੀ ਫੌਜ ਦੇ ਵਿੱਚ ਸੀ, ਬਰਮਾ ਫਰੰਟ ਤੇ ਲੜ ਰਹੇ ਸੀ, ਤਾਂ ਉਹਨਾਂ ਦਿਨਾਂ ਦੇ ਵਿੱਚ ਛੁੱਟੀ ਮਿਲਣੀ ਮੁਸ਼ਕਿਲ ਸੀ। ਦੋਨਾਂ ਨੇ ਹੀ ਛੁੱਟੀ ਨੂੰ ਅਪਲਾਈ ਕੀਤਾ ਸੀ, ਪਰੰਤੂ ਮਾਨ ਸਿੰਘ ਨੂੰ ਛੁੱਟੀ ਮਿਲ ਗਈ ਸੀ, ਕਰਮ ਸਿੰਘ ਨੂੰ ਛੁੱਟੀ ਨਹੀਂ ਸੀ ਮਿਲੀ। ਤਾਂ ਕਰਮ ਸਿੰਘ ਨੇ ਮਾਨ ਸਿੰਘ ਨੂੰ ਕਿਹਾ ਕਿ ਜਦੋਂ ਤੂੰ ਛੁੱਟੀ ਤੇ ਆਪਣੇ ਘਰ ਜਾਏਗਾ ਤਾਂ ਕੁਝ ਦਿਨਾਂ ਲਈ ਮੇਰੇ ਪਿੰਡ ਜ਼ਰੂਰ ਜਾ ਕੇ ਆਈ ਅਤੇ ਉੱਥੇ ਜਾ ਕੇ ਮੇਰੀ ਖਬਰਸਾਰ ਦਈ। ਅਤੇ ਉਸਨੇ ਤੁਹਾਨੂੰ ਪਤਾ ਬੱਚਿਓ ਕਿ ਆਪਣੇ ਪਿੰਡ ਦੇ ਬਾਰੇ ਵੀ ਕਾਫੀ ਕੁਝ ਦੱਸਿਆ ਸੀ ਕਿ ਜਦ ਤੂੰ ਉੱਥੇ ਮੇਰੇ ਘਰ ਜਾਏਗਾ ਤਾਂ ਤੈਨੂੰ ਰਸਤੇ ਦੇ ਵਿੱਚ ਬਹੁਤ ਸਾਰੇ ਇਤਿਹਾਸਿਕ ਗੁਰਦੁਆਰਾ ਸਾਹਿਬ ਨੂੰ ਵਿਜ਼ਿਟ ਕਰਨ ਦਾ ਮੌਕਾ ਮਿਲੂਗਾ, ਜਿਵੇਂ ਤਰਨ ਤਾਰਨ, ਖਡੂਰ ਸਾਹਿਬ ਅਤੇ ਗੋਇੰਦਵਾਲ। ਤਾਂ ਇਹਨਾਂ ਗੱਲਾਂ ਦੇ ਨਾਲ ਉਸਨੇ ਮਾਨ ਸਿੰਘ ਨੂੰ ਘਰ ਜਾਣ ਲਈ ਕਿਹਾ ਅਤੇ ਮਾਨ ਸਿੰਘ ਤਿਆਰ ਵੀ ਹੋ ਗਿਆ। ਤਾਂ ਕੁਐਸਚਨ ਉਹਦੇ ਬਾਰੇ ਹੀ ਹੈ ਕਿ ਮਾਨ ਸਿੰਘ ਆਪਣੀਆਂ ਛੁੱਟੀਆਂ ਦੇ ਦੌਰਾਨ ਕਿੱਥੇ ਗਿਆ। ਤਾਂ ਅਸੀਂ ਆਨਸਰ ਲਿਖਾਂਗੇ ਬੱਚਿਓ ਕਿ ਮਾਨ ਸਿੰਘ ਵੈਂਟ ਟੂ ਕਰਮ ਸਿੰਘਸ ਵਿਲੇਜ ਥਾਥੀ ਖਾਰਾ ਇਨ ਅੰਮ੍ਰਿਤਸਰ ਟੂਵਰਡ ਦਾ ਕਲੋਜ਼ ਆਫ ਹਿਜ਼ ਹੌਲੀਡੇਜ਼। ਕਿ ਮਾਨ ਸਿੰਘ ਗਿਆ ਕਰਮ ਸਿੰਘ ਦੇ ਪਿੰਡ। ਕਰਮ ਸਿੰਘਸ, ਇੱਥੇ ਬੱਚਿਓ ਕਰਮ ਸਿੰਘ ਦੇ ਪਿੱਛੇ ਐਪੋਸਟ੍ਰਫੀ ਐਸ ਜ਼ਰੂਰ ਲਗਾਉਣੀ ਹੈ। ਇਹਦਾ ਮਤਲਬ ਹੁੰਦਾ ਹੈ, ਤੁਹਾਨੂੰ ਮੈਂ ਕਈ ਵਾਰੀ ਵੀਡੀਓਜ਼ ਦੇ ਵਿੱਚ ਦੱਸਿਆ, ਦਾ, ਦੇ ਜਾਂ ਦੀ। ਤਾਂ ਅਕੋਰਡਿੰਗ ਟੂ ਸਬਜੈਕਟ ਦੇ ਹਿਸਾਬ ਨਾਲ ਇਹ ਆ ਜਾਂਦਾ ਹੈ। ਤਾਂ ਕਰਮ ਸਿੰਘ ਦੇ ਪਿੰਡ ਗਿਆ ਜੀ ਉਹ, ਜਿਸ ਦਾ ਨਾਮ ਸੀ ਥਾਥੀ ਖਾਰਾ। ਤਾਂ ਇਹ ਬਹੁਤ ਹੀ ਇੰਪੋਰਟੈਂਟ ਪਲੇਸ ਹੈ। ਇਹ ਕਈ ਵਾਰੀ ਮਲਟੀਪਲ ਚੁਆਇਸ ਕੁਐਸਚਨ ਦੇ ਵਿੱਚ ਵੀ ਆ ਜਾਂਦਾ ਹੈ ਕਿ ਕਰਮ ਸਿੰਘ ਦਾ ਪਿੰਡ ਕਿਹੜਾ ਸੀ। ਤਾਂ ਇਹ ਥਾਥੀ ਖਾਰਾ ਸੀਗਾ ਜੀ, ਜਿੱਥੇ ਕਿ ਮਾਨ ਸਿੰਘ ਗਿਆ ਸੀ। ਇਹ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੈ। ਅਤੇ ਉਹ ਕਦੋਂ ਗਿਆ? ਉਹ ਗਿਆ ਸੀ ਆਪਣੀਆਂ ਛੁੱਟੀਆਂ ਦੇ ਅੰਤ ਤੇ, ਟੂਵਰਡ ਦਾ ਕਲੋਜ਼ ਆਫ ਹਿਜ਼ ਹੌਲੀਡੇਜ਼। ਜਦੋਂ ਉਸ ਦੀਆਂ ਛੁੱਟੀਆਂ ਖਤਮ ਹੋਣ ਵਾਲੀਆਂ ਸੀ ਉਦੋਂ ਉਹ ਥਾਥੀ ਖਾਰਾ ਗਿਆ ਸੀ। ਪਹਿਲਾਂ ਉਹ ਆਪਣੇ ਘਰ ਹੀ ਰਿਹਾ। ਅਤੇ ਸਾਨੂੰ ਇਹ ਵੀ ਪਤਾ ਬੱਚਿਓ ਕਿ ਮਾਨ ਸਿੰਘ ਚੂਹੜ ਕਲਾਂ ਤੋਂ ਸੀ। ਅਤੇ ਬੱਚਿਓ ਅਸੀਂ ਚੈਪਟਰ ਦੇ ਪਹਿਲੇ ਦ੍ਰਿਸ਼ ਦੇ ਵਿੱਚ ਹੀ ਦੇਖਿਆ ਕਿ ਉਹ ਟਾਂਗੇ ਤੇ ਬੈਠ ਕੇ ਥਾਥੀ ਖਾਰਾ ਵੱਲ ਜਾ ਰਿਹਾ ਹੁੰਦਾ, ਬਹੁਤ ਹੀ ਜ਼ਿਆਦਾ ਐਕਸਾਈਟਿਡ ਹੁੰਦਾ। ਫੋਰਥ ਕੁਐਸਚਨ ਵੀ ਬੱਚਿਓ ਇੰਪੋਰਟੈਂਟ ਹੈ। ਇਹ ਹੈ ਹੂ ਡਿਡ ਮਾਨ ਸਿੰਘ ਮੀਟ ਫਰਸਟ ਔਨ ਐਂਟਰਿੰਗ ਕਰਮ ਸਿੰਘਸ ਹਾਊਸ। ਹੂ ਦਾ ਮਤਲਬ ਹੁੰਦਾ ਬੱਚਿਓ ਕਿਸੇ ਇਨਸਾਨ ਬਾਰੇ ਜਾਂ ਕਿਸੇ ਪਰਸਨ ਬਾਰੇ ਪੁੱਛਿਆ ਗਿਆ ਹੈ ਕਿ ਕਿਸ ਨੂੰ ਮਾਨ ਸਿੰਘ ਮਿਲਿਆ। ਮੀਟ ਦਾ ਮਤਲਬ ਮਿਲਿਆ। ਫਸਟ ਪਹਿਲਾਂ ਉਹ ਕਿਸ ਨੂੰ ਮਿਲਿਆ? ਜਦੋਂ ਉਹ ਕਰਮ ਸਿੰਘ ਦੇ ਘਰ ਦਾਖਲ ਹੋਇਆ। ਐਂਟਰ ਦਾ ਮਤਲਬ ਦਾਖਲ ਹੋਣ ਤੋਂ। ਤਾਂ ਸਟੂਡੈਂਟਸ ਅਸੀਂ ਸਟੋਰੀ ਦੇ ਵਿੱਚ ਪੜ੍ਹਿਆ ਕਿ ਬਹੁਤ ਹੀ ਐਕਸਾਈਟਿਡ ਹੋ ਕੇ ਮਾਨ ਸਿੰਘ ਥਾਥੀ ਖਾਰਾ ਜਾਂਦਾ ਹੈ ਅਤੇ
ਜਦੋਂ ਕਰਮ ਸਿੰਘ ਦੇ ਘਰ ਜਾਂਦਾ ਹੈ ਤਾਂ ਉੱਥੇ ਉਹ ਇੱਕ ਬਜ਼ੁਰਗ ਨੂੰ ਦੇਖਦਾ ਹੈ ਜੋ ਕਿ ਪੋਰਚ ਦੇ ਵਿੱਚ ਬੈਠੇ ਹੁੰਦੇ ਨੇ। ਹੱਥ ਜੋੜ ਕੇ ਉਹਨਾਂ ਨੂੰ ਗ੍ਰੀਟ ਕਰਕੇ ਕਹਿੰਦਾ ਹੈ ਕਿ ਇਟ ਇਜ਼ ਮਾਨ ਸਿੰਘ ਬਾਪੂ ਜੀ ਫਰੋਮ ਚੂਹਰਕਨਾ। ਤਾਂ ਆਪਣਾ ਇੰਟਰੋਡਕਸ਼ਨ ਦਿੰਦਾ ਹੈ ਅਤੇ ਸਾਨੂੰ ਆਉਣ ਵਾਲੀ ਸਟੋਰੀ ਦੇ ਵਿੱਚ ਪਤਾ ਚੱਲਦਾ ਹੈ ਕਿ ਇਹ ਓਲਡ ਪਰਸਨ ਕਰਮ ਸਿੰਘ ਦੇ ਪਿਤਾ ਜੀ ਹੁੰਦੇ ਹਨ। ਤਾਂ ਬੱਚਿਓ ਅਸੀਂ ਆਨਸਰ ਲਿਖਾਂਗੇ ਕਿ ਮਾਨ ਸਿੰਘ ਫਰਸਟ ਮੈਟ ਐਨ ਓਲਡ ਮੈਨ ਸਿਟਿੰਗ ਇਨ ਦਾ ਪੋਰਚ ਆਫ ਦਾ ਹਾਊਸ। ਕਿ ਮਾਨ ਸਿੰਘ ਸਭ ਤੋਂ ਪਹਿਲਾਂ ਮਿਲਦੇ ਹਨ, ਮੀਟ ਦੀ ਸੈਕਿੰਡ ਵਰਬ ਲਗਾਈ ਹੈ ਮੈਟ, ਇੱਕ ਓਲਡ ਮੈਨ ਨੂੰ, ਇੱਕ ਬਜ਼ੁਰਗ ਇਨਸਾਨ ਨੂੰ ਮਿਲਦੇ ਨੇ ਜੋ ਕਿ ਬੈਠੇ ਹੁੰਦੇ ਨੇ ਇਨ ਦਾ ਪੋਰਚ ਆਫ ਦਾ ਹਾਊਸ, ਘਰ ਦੇ ਪੋਰਚ ਵਾਲੇ ਹਿੱਸੇ ਦੇ ਵਿੱਚ ਬੈਠੇ ਹੁੰਦੇ ਨੇ। ਪੋਰਚ ਸਾਨੂੰ ਪਤਾ ਬੱਚਿਓ ਕਿ ਜਦੋਂ ਅਸੀਂ ਘਰ ਦੇ ਵਿੱਚ ਦਾਖਲ ਹੁੰਦੇ ਹਾਂ ਮੇਨ ਗੇਟ ਤੋਂ ਤਾਂ ਜਿਹੜਾ ਖੁੱਲ੍ਹਾ ਜਿਹਾ ਵਿਹੜਾ ਹੁੰਦਾ ਹੈ ਅਸੀਂ ਉਸ ਨੂੰ ਪੋਰਚ ਕਹਿੰਦੇ ਹਾਂ। ਹੀ ਵਾਜ਼ ਦਾ ਫਾਦਰ ਆਫ ਕਰਮ ਸਿੰਘ। ਤੇ ਸਾਨੂੰ ਸਟੋਰੀ ਦੇ ਅੱਗੇ ਜਾ ਕੇ ਪਤਾ ਚੱਲਦਾ ਹੈ ਕਿ ਉਹ ਕਰਮ ਸਿੰਘ ਦੇ ਪਿਤਾ ਜੀ ਸਨ। ਤਾਂ ਸਟੂਡੈਂਟਸ ਮੈਂ ਇੱਥੇ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਜਿਸ ਟੈਂਸ ਦੇ ਵਿੱਚ ਸਾਨੂੰ ਬੱਚਿਓ ਕੁਐਸਚਨ ਪੁੱਛਿਆ ਜਾਂਦਾ ਹੈ ਸਾਨੂੰ ਆਨਸਰ ਵੀ ਉਸੇ ਟੈਂਸ ਦੇ ਵਿੱਚ ਦੇਣਾ ਚਾਹੀਦਾ ਹੈ। ਜਿਵੇਂ ਦੇਖੋ ਸਾਡਾ ਜਿਹੜਾ ਇਹ ਕੁਐਸਚਨ ਪੁੱਛਿਆ ਗਿਆ ਹੈ ਹੂ ਡਿਡ ਮਾਨ ਸਿੰਘ, ਤਾਂ ਇਹ ਪਾਸਟ ਇੰਡੈਫੀਨਿਟ ਟੈਂਸ ਦੇ ਇੰਟਰੋਗੇਟਿਵ ਫਾਰਮ ਦੇ ਵਿੱਚ ਪੁੱਛਿਆ ਗਿਆ ਹੈ। ਸਿੰਪਲ ਪਾਸਟ ਟੈਂਸ ਹੁੰਦਾ ਹੈ, ਉਸ ਦੀ ਪ੍ਰਸ਼ਨਵਾਚਕ ਫਾਰਮ ਦੇ ਰੂਪ ਦੇ ਵਿੱਚ ਪੁੱਛਿਆ ਗਿਆ ਹੈ। ਤਾਂ ਕਿਉਂਕਿ ਸਾਡਾ ਕੁਐਸਚਨ ਪਾਸਟ ਟੈਂਸ ਦੇ ਵਿੱਚ ਪੁੱਛਿਆ ਗਿਆ ਤਾਂ ਸਾਨੂੰ ਆਨਸਰ ਵੀ ਬੱਚਿਓ ਪਾਸਟ ਟੈਂਸ ਦੇ ਵਿੱਚ ਹੀ ਦੇਣਾ ਚਾਹੀਦਾ ਹੈ। ਤਾਂ ਹੀ ਅਸੀਂ ਇੱਥੇ ਸਬਜੈਕਟ ਦੇ ਨਾਲ ਵਰਬ ਦੀ ਸੈਕਿੰਡ ਫਾਰਮ ਲਗਾਈ ਹੈ ਅਤੇ ਸਾਨੂੰ ਪਤਾ ਹੈ ਜਦੋਂ ਅਸੀਂ ਸਬਜੈਕਟ ਦੇ ਨਾਲ ਵਰਬ ਦੀ ਸੈਕਿੰਡ ਫਾਰਮ ਲਗਾਉਂਦੇ ਹਾਂ ਬੱਚਿਓ ਤਾਂ ਉਹ ਸਿੰਪਲ ਪਾਸਟ ਟੈਂਸ ਹੀ ਹੁੰਦੀ ਹੈ। ਤਾਂ ਬੱਚੇ ਇੱਥੇ ਕਈ ਵਾਰੀ ਗਲਤੀ ਕਰ ਜਾਂਦੇ ਨੇ ਕਿ ਮੈਟ ਦੀ ਥਾਂ ਤੇ ਉਹ ਮੀਟ ਪਾ ਦਿੰਦੇ ਨੇ। ਤਾਂ ਬੱਚਿਓ ਇਸ ਗਲਤੀ ਨਾਲ ਅਸੀਂ ਥੋੜ੍ਹਾ ਜਿਹਾ ਇਹ ਜ਼ਾਹਿਰ ਕਰਦੇ ਹਾਂ ਕਿ ਸਾਨੂੰ ਟੈਂਸ ਦਾ ਨਹੀਂ ਪਤਾ। ਤਾਂ ਸਹੀ ਆਨਸਰ ਇਹੀ ਹੈ ਕਿ ਅਸੀਂ ਉਸੇ ਟੈਂਸ ਦੇ ਵਿੱਚ ਆਨਸਰ ਦਈਏ ਜਿਸ ਟੈਂਸ ਦੇ ਵਿੱਚ ਸਾਨੂੰ ਕੁਐਸਚਨ ਪੁੱਛਿਆ ਗਿਆ। ਸਟੂਡੈਂਟਸ ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਦੇ ਦੀਪਕ ਸੂਦ ਦੇ ਜਾ ਕੇ ਕਲਿੱਕ ਕਰੋ। ਤਾਂ ਇਸ ਤਰ੍ਹਾਂ ਤੁਸੀਂ ਚੈਨਲ ਤੇ ਪਹੁੰਚ ਜਾਵੋਗੇ ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ। ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ ਤੇ ਹੈ। ਇਸ ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ ਤੇ ਜ਼ਰੂਰ ਵਿਜ਼ਿਟ ਕਰੋ। 5th ਕੁਐਸਚਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਬੱਚਿਓ ਕਿ ਹੂ ਵਾਜ਼ ਜਸਵੰਤ ਸਿੰਘ। ਜਸਵੰਤ ਸਿੰਘ ਕੌਣ ਸੀ? ਸਟੋਰੀ ਦੇ ਵਿੱਚ ਬੱਚਿਓ ਮੇਨ 4 ਕਰੈਕਟਰ ਆਏ ਨੇ, ਮਾਨ ਸਿੰਘ, ਕਰਮ ਸਿੰਘ ਦੇ ਫਾਦਰ ਅਤੇ ਜਸਵੰਤ ਸਿੰਘ। ਤਾਂ ਕੁਐਸਚਨ ਇਹ ਹੈ ਕਿ ਜਸਵੰਤ ਸਿੰਘ ਕੌਣ ਸੀ? ਤਾਂ ਬੱਚਿਓ ਸਾਨੂੰ ਪਤਾ ਹੈ ਕਿ ਜਦੋਂ ਕਰਮ ਸਿੰਘ ਦੇ ਪਿਤਾ ਜੀ ਮਾਨ ਸਿੰਘ ਦੇ ਨਾਲ ਚੰਗੀ ਤਰ੍ਹਾਂ ਖੁੱਲ੍ਹ ਕੇ ਨਹੀਂ ਬੋਲਦੇ, ਉਹਨਾਂ ਨੂੰ ਅਵੋਇਡ ਕਰਨ ਦੀ ਕੋਸ਼ਿਸ਼ ਕਰਦੇ ਨੇ। ਮਾਨ ਸਿੰਘ ਉਹਨਾਂ ਤੋਂ ਇਹ ਸਵਾਲ ਕਰਦਾ ਹੈ ਕਿ ਜਸਵੰਤ ਕਿੱਥੇ ਹੈ? ਤਾਂ ਸਾਨੂੰ ਉਦੋਂ ਪਤਾ ਲੱਗਦਾ ਹੈ ਕਿ ਜਸਵੰਤ ਕਰਮ ਸਿੰਘ ਦਾ ਛੋਟਾ ਭਰਾ ਹੈ। ਤਾਂ ਅਸੀਂ ਆਨਸਰ ਲਿਖਾਂਗੇ ਬੱਚਿਓ ਕਿ ਜਸਵੰਤ ਸਿੰਘ ਵਾਜ਼ ਦਾ ਯੰਗਰ ਬ੍ਰਦਰ ਆਫ ਕਰਮ ਸਿੰਘ। ਬੜਾ ਸਿੰਪਲ ਜਿਹਾ ਆਨਸਰ ਹੈ ਕਿ ਜਸਵੰਤ ਸਿੰਘ ਕਰਮ ਸਿੰਘ ਦਾ ਛੋਟਾ ਭਰਾ ਸੀ। ਯੰਗਰ ਦਾ ਮਤਲਬ ਛੋਟੇ ਤੋਂ ਹੈ। ਤਾਂ ਜਿਵੇਂ ਕਿ ਬੱਚੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਇਹ ਦੇਖੋ ਕੁਐਸਚਨ ਫੇਰ ਪਾਸਟ ਟੈਂਸ ਦੇ ਵਿੱਚ ਪੁੱਛਿਆ ਗਿਆ ਹੈ ਤਾਂ ਅਸੀਂ ਇਹਦਾ ਆਨਸਰ ਵੀ ਪਾਸਟ ਟੈਂਸ ਦੇ ਵਿੱਚ ਹੀ ਦੇਵਾਂਗੇ। ਤਾਂ ਬੱਚਿਓ ਮੈਂ ਆਪਣੇ ਵੀਡੀਓਜ਼ ਦੇ ਵਿੱਚ ਤੁਹਾਨੂੰ ਟੈਂਸ ਵੀ ਕਰਾਏ ਨੇ। ਤੁਹਾਡੀ ਬੁੱਕ ਦੇ ਸੈਕਸ਼ਨ A ਦੇ ਚੈਪਟਰਸ ਦੇ ਐਂਡ ਦੇ ਵਿੱਚ ਕਈ ਵਾਰੀ ਟੈਂਸਿਸ ਦੀਆਂ ਐਕਸਰਸਾਈਜ਼ ਬੱਚਿਓ ਦਿੱਤੀਆਂ ਹੁੰਦੀਆਂ ਨੇ, ਉਹਨਾਂ ਦੇ ਵਿੱਚ ਮੈਂ ਤੁਹਾਨੂੰ ਟੈਂਸ ਕਵਰ ਕਰਵਾਏ ਨੇ। ਮੈਨੂੰ ਉਮੀਦ ਹੈ ਕਿ ਤੁਸੀਂ ਇਹ ਵਾਲੇ ਵੀਡੀਓਜ਼ ਮੇਰੇ ਜ਼ਰੂਰ ਦੇਖੇ ਹੋਣਗੇ। ਸਟੂਡੈਂਟ 6th ਕੁਐਸਚਨ ਹੈ ਜੀ ਕਿ ਵਟ ਡਿਡ ਮਾਨ ਸਿੰਘ ਟੈਲ ਕਰਮ ਸਿੰਘਸ ਫੈਮਿਲੀ ਅਬਾਊਟ ਦਾ ਲੈਟਰਸ ਵਾਰ ਸਕਿੱਲਸ। ਕਿ ਮਾਨ ਸਿੰਘ ਨੇ ਕਰਮ ਸਿੰਘ ਦੇ ਪਰਿਵਾਰ ਨੂੰ ਕੀ ਦੱਸਿਆ? ਟੈਲ ਕੀ ਦੱਸਿਆ ਕਿਸ ਦੇ ਬਾਰੇ? ਦਾ ਲੈਟਰਸ ਵਾਰ ਸਕਿੱਲ। ਵਾਰ ਸਕਿੱਲ ਦਾ ਮਤਲਬ ਹੁੰਦਾ ਬੱਚਿਓ ਯੁੱਧ ਕੌਸ਼ਲ। ਇਹ ਯੁੱਧ ਕੌਸ਼ਲ ਕਿਸ ਦੇ ਸੀ ਜੀ? ਅਬਾਊਟ ਦਾ ਲੈਟਰਸ। ਤਾਂ ਬੱਚਿਓ ਇਸ ਕੁਐਸਚਨ ਦੇ ਵਿੱਚ ਲੈਟਰਸ ਸ਼ਬਦ ਦੇ ਉੱਪਰ ਧਿਆਨ ਦਿਓ। ਇੱਥੇ ਲੈਟਰ ਦਾ ਮਤਲਬ ਕੀ ਹੈ? ਤਾਂ ਬੱਚਿਓ ਇਸ ਪੂਰੇ ਕੁਐਸਚਨ ਦੇ ਵਿੱਚ 2 ਪਰਸਨ ਦਾ ਜ਼ਿਕਰ ਆਇਆ, ਇੱਕ ਹੈ ਮਾਨ ਸਿੰਘ, ਦੂਸਰਾ ਹੈ ਕਰਮ ਸਿੰਘ। ਤਾਂ ਮਾਨ ਸਿੰਘ ਪਹਿਲਾ ਪਰਸਨ ਹੈ ਜਿਸ ਦਾ ਜ਼ਿਕਰ ਆਇਆ, ਕਰਮ ਸਿੰਘ ਦਾ ਜ਼ਿਕਰ ਉਸ ਤੋਂ ਬਾਅਦ ਆਇਆ ਹੈ। ਤਾਂ ਇੱਥੇ ਲੈਟਰ ਦਾ ਮਤਲਬ ਕਰਮ ਸਿੰਘ ਤੋਂ ਹੈ। ਇੱਥੇ ਲੈਟਰ ਦਾ ਮਤਲਬ ਹੈ ਬੱਚਿਓ ਬਾਅਦ ਵਿੱਚ ਆਏ ਪਰਸਨ ਤੋਂ, ਤੇ ਬਾਅਦ ਵਿੱਚ ਪਰਸਨ ਕੌਣ ਆਇਆ ਜੀ? ਕਰਮ ਸਿੰਘ। ਮਾਨ ਸਿੰਘ ਨੂੰ ਅਸੀਂ ਇੰਗਲਿਸ਼ ਦੇ ਵਿੱਚ
ਫਾਰਮਰ ਕਹਿ ਸਕਦੇ ਹਾਂ। ਲੇਕਿਨ ਲੈਟਰ ਕੌਣ ਹੈ ਜੀ? ਕਰਮ ਸਿੰਘ। ਹੁਣ ਕਈ ਵਾਰੀ ਬੱਚੇ ਉਹ ਮੇਰੇ ਤੋਂ ਕਲਾਸ ਦੇ ਵਿੱਚ ਵਿਦਿਆਰਥੀ ਕੁਐਸਚਨ ਕਰਦੇ ਨੇ ਕਿ ਜੇ ਲੈਟਰ ਦੀ ਥਾਂ ਤੇ ਇੱਥੇ ਹਿਜ਼ ਲਿਖ ਦਿੰਦੇ ਤਾਂ ਫੇਰ ਕੀ ਸੀ? ਤਾਂ ਕੁਐਸਚਨ ਤਾਂ ਬਣ ਹੀ ਜਾਂਦਾ ਕਿ ਵਾਟ ਡਿਡ ਮਾਨ ਸਿੰਘ ਟੈਲ ਕਰਮ ਸਿੰਘਸ ਫੈਮਿਲੀ ਅਬਾਊਟ ਹਿਜ਼ ਵਾਰ ਸਕਿੱਲਸ। ਤਾਂ ਬੱਚੇ ਇੱਥੇ ਹਿਜ਼ ਤੋਂ ਨਾ ਕਲੀਅਰ ਨਹੀਂ ਹੁੰਦਾ ਕਿ ਗੱਲ ਕਿਸ ਦੀ ਹੋ ਰਹੀ ਹੈ। ਇੱਥੇ ਹਿਜ਼ ਤੋਂ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਇਹ ਮਾਨ ਸਿੰਘ ਦੇ ਬਾਰੇ ਪੁੱਛਿਆ ਜਾ ਰਿਹਾ ਹੈ ਕੁਐਸਚਨ ਜਾਂ ਕਰਮ ਸਿੰਘ ਦੇ ਬਾਰੇ ਪੁੱਛਿਆ ਜਾ ਰਿਹਾ ਹੈ। ਤਾਂ ਹਿਜ਼ ਤਾਂ ਇੱਕ ਪ੍ਰੋਨਾਊਨ ਹੋ ਗਿਆ। ਹੁਣ ਪ੍ਰੋਨਾਊਨ ਕਿਹੜੇ ਨਾਊਨ ਦੀ ਥਾਂ ਤੇ ਯੂਜ਼ ਹੋਇਆ ਇੱਥੋਂ ਇਹ ਕਲੀਅਰ ਨਹੀਂ ਹੁੰਦਾ। ਲੇਕਿਨ ਜੇਕਰ ਅਸੀਂ ਲੈਟਰ ਸ਼ਬਦ ਯੂਜ਼ ਕਰ ਲੈਂਦੇ ਹਾਂ ਜਿਸ ਦਾ ਮਤਲਬ ਹੁੰਦਾ ਹੈ ਬਾਅਦ ਵਿੱਚ, ਤਾਂ ਉੱਥੋਂ ਇਹ ਕਲੀਅਰ ਹੋ ਜਾਂਦਾ ਹੈ ਕਿ ਇਹ ਕਰਮ ਸਿੰਘ ਦੇ ਬਾਰੇ ਕੁਐਸਚਨ ਪੁੱਛਿਆ ਗਿਆ। ਇੱਥੇ ਲੈਟਰ ਦੇ ਸਪੈਲਿੰਗ ਵੀ ਬੱਚਿਓ ਧਿਆਨ ਰੱਖੋ ਕਿ ਇਹ LATTER ਹੈ। ਜਿਹੜਾ ਖਤ ਵਾਲੇ ਸਪੈਲਿੰਗ ਹੁੰਦੇ ਨੇ ਉਹ LETTER ਹੁੰਦੇ ਨੇ। ਤਾਂ ਇਹ ਛੋਟੀਆਂ-ਛੋਟੀਆਂ ਗੱਲਾਂ ਵੱਲ ਬੱਚਿਓ ਤੁਸੀਂ ਜ਼ਰੂਰ ਧਿਆਨ ਦਿਆ ਕਰੋ। ਤਾਂ ਸਟੂਡੈਂਟ ਸਾਨੂੰ ਪਤਾ ਹੈ ਕਿ ਜਦੋਂ ਮਾਨ ਸਿੰਘ ਨਾਲ ਪ੍ਰੋਪਰ ਕੋਈ ਗੱਲਬਾਤ ਨਹੀਂ ਕਰ ਪਾਉਂਦਾ, ਨਾ ਤਾਂ ਕਰਮ ਸਿੰਘ ਦੇ ਫਾਦਰ ਉਹਦੇ ਨਾਲ ਗੱਲਬਾਤ ਕਰਦੇ ਨੇ ਚੰਗੀ ਤਰ੍ਹਾਂ, ਈਵਨ ਕਿ ਉਸ ਦੀ ਮਾਤਾ ਵੀ ਚਾਹੁੰਦੀ ਹੋਈ ਵੀ ਕੁਝ ਕਹਿ ਨਹੀਂ ਪਾਉਂਦੀ ਮਾਨ ਸਿੰਘ ਨੂੰ, ਤਾਂ ਮਾਨ ਸਿੰਘ ਬੜਾ ਆਪਣੇ ਆਪ ਦੇ ਵਿੱਚ ਫੀਲ ਕਰਦਾ ਹੈ ਕਿ ਇਹ ਮਝੈਲ ਕਿੱਦਾਂ ਦੇ ਲੋਕ ਨੇ। ਅਤੇ ਫਿਰ ਜਦੋਂ ਰਾਤ ਨੂੰ ਜਸਵੰਤ ਆ ਜਾਂਦਾ ਹੈ ਕਰਮ ਸਿੰਘ ਦਾ ਬ੍ਰਦਰ, ਤਾਂ ਥੋੜ੍ਹੀ ਜਿਹੀ ਜਿਹੜੀ ਟਾਕ ਹੁੰਦੀ ਹੈ ਉਹ ਹੋਣੀ ਸਟਾਰਟ ਹੁੰਦੀ ਹੈ ਅਤੇ ਫਿਰ ਉਹ ਕਰਮ ਸਿੰਘ ਦੇ ਬਾਰੇ ਗੱਲਾਂ ਦੱਸਣੀਆਂ ਸਟਾਰਟ ਕਰਦਾ ਹੈ ਕਿਉਂਕਿ ਉਸ ਦੇ ਅੰਦਰ ਬਹੁਤ ਸਾਰੀਆਂ ਗੱਲਾਂ ਦੱਸਣ ਵਾਲੀਆਂ ਹੁੰਦੀਆਂ ਨੇ। ਉਹ ਯੁੱਧ ਲੜ ਕੇ ਆਇਆ ਹੁੰਦਾ ਹੈ, ਉਸ ਦੇ ਕੋਲੇ ਬਹੁਤ ਸਾਰੀਆਂ ਕਹਾਣੀਆਂ ਹੁੰਦੀਆਂ ਨੇ ਖਾਸ ਤੌਰ ਤੇ ਕਰਮ ਸਿੰਘ ਦੇ ਬਾਰੇ, ਤਾਂ ਉਹਨਾਂ ਗੱਲਾਂ ਨੂੰ ਦੱਸਦਾ ਹੈ। ਉਹੀ ਆਨਸਰ ਬੱਚਿਓ ਅਸੀਂ ਇੱਥੇ ਲਿਖਾਂਗੇ। ਤਾਂ ਆਨਸਰ ਹੈ ਜੀ ਕਿ ਮਾਨ ਸਿੰਘ ਟੋਲਡ them that ਕਰਮ ਸਿੰਘ ਵਾਜ਼ ਅ ਫੇਮਸ ਕ੍ਰੈਕ ਸ਼ਾਟ ਇਨ ਦਾ ਬਰਮਾ ਵਾਰ। ਤਾਂ ਮਾਨ ਸਿੰਘ ਉਹਨਾਂ ਨੂੰ ਦੱਸਦਾ ਹੈ ਕਿ ਕਰਮ ਸਿੰਘ ਇੱਕ ਬਹੁਤ ਹੀ ਮਸ਼ਹੂਰ ਕ੍ਰੈਕ ਸ਼ਾਟ ਸੀ। ਨਾ ਕ੍ਰੈਕ ਸ਼ਾਟ ਦਾ ਮਤਲਬ ਬੱਚੇ ਮੈਂ ਤੁਹਾਨੂੰ ਚੈਪਟਰ 'ਚ ਵੀ ਦੱਸਿਆ ਸੀ, ਇਹਦਾ ਮਤਲਬ ਹੁੰਦਾ ਹੈ ਨਿਸ਼ਾਨੇਬਾਜ਼। ਤਾਂ ਬਹੁਤ ਹੀ ਮਸ਼ਹੂਰ ਨਿਸ਼ਾਨੇਬਾਜ਼ ਸੀਗਾ ਜੀ ਬਰਮਾ ਵਾਰ ਦੇ ਵਿੱਚ, ਜੋ ਕਿ ਉਹਨਾਂ ਦਿਨਾਂ ਦੇ ਵਿੱਚ ਚੱਲ ਰਹੀ ਸੀ। ਹੀ ਸ਼ਾਟ ਡਾਊਨ ਮੈਨੀ ਜੈਪਨੀਜ਼ ਡਿਊਰਿੰਗ ਦਾ ਵਾਰ। ਤਾਂ ਉਸਨੇ ਆਪਣੇ ਨਿਸ਼ਾਨੇ ਦੇ ਨਾਲ, ਆਪਣੀ ਬੰਦੂਕ ਦੇ ਨਿਸ਼ਾਨੇ ਦੇ ਨਾਲ ਬਹੁਤ ਸਾਰੇ ਜਾਪਾਨੀਆਂ ਨੂੰ ਮਾਰਿਆ ਸੀ ਉਸ ਵਾਰ ਦੇ ਦੌਰਾਨ, ਡਿਊਰਿੰਗ ਦਾ ਵਾਰ। ਇੱਥੇ ਬੱਚਿਓ ਸ਼ਾਟ ਡਾਊਨ ਸ਼ਬਦ ਆਇਆ। ਤਾਂ ਸ਼ੂਟ ਡਾਊਨ ਦਾ ਮਤਲਬ ਹੁੰਦਾ ਬੱਚਿਓ ਜਦੋਂ ਗੋਲੀ ਨਾਲ ਕਿਸੇ ਨੂੰ ਮਾਰਿਆ ਜਾਂਦਾ ਹੈ ਤਾਂ ਅਸੀਂ ਉਸ ਸਮੇਂ ਇਹ ਵਾਲੀ ਫਰੇਜ਼ਲ ਵਰਬ ਯੂਜ਼ ਕਰਦੇ ਹਾਂ, ਸ਼ੂਟ ਡਾਊਨ। ਤਾਂ ਕਿਉਂਕਿ ਅਸੀਂ ਪਾਸਟ ਟੈਂਸ ਦੇ ਵਿੱਚ ਲਿਖ ਰਹੇ ਹਾਂ ਤਾਂ ਸ਼ੂਟ ਦੀ ਅਸੀਂ ਸੈਕਿੰਡ ਫਾਰਮ ਲਗਾਈ ਹੈ, ਸ਼ਾਟ ਡਾਊਨ। ਤਾਂ ਸਟੂਡੈਂਟ 7 ਕੁਐਸਚਨ ਹੈ ਕਿ ਵਿਚ ਵਰਡਸ ਆਫ ਮਾਨ ਸਿੰਘ pierced ਕਰਮ ਸਿੰਘਸ ਫਾਦਰਸ ਹਾਰਟ। ਮਾਨ ਸਿੰਘ ਦੇ ਕਿਹੜੇ ਸ਼ਬਦ, ਵਰਡ ਦਾ ਮਤਲਬ ਇੱਥੇ ਸ਼ਬਦਾਂ ਤੋਂ ਹੈ, ਉਹਨਾਂ ਨੇ ਛਲਨੀ ਕਰ ਦਿੱਤਾ ਕਰਮ ਸਿੰਘ ਦੇ ਪਿਤਾ ਦੇ ਦਿਲ ਨੂੰ। ਤਾਂ ਬੱਚਿਓ ਇੱਥੇ ਧਿਆਨ ਦਿਓ, ਦੇਖੋ ਐਪੋਸਟ੍ਰੋਫੀ ਐਸ 2 ਵਾਰੀ ਲੱਗੀ ਹੈ। ਕਰਮ ਸਿੰਘਸ, ਕਰਮ ਸਿੰਘ ਦੇ, ਫਾਦਰਸ ਪਿਤਾ ਦੇ, ਤਾਂ ਦੋਵਾਂ ਐਪੋਸਟ੍ਰੋਫੀ ਐਸ ਦਾ ਮਤਲਬ ਇੱਥੇ ਦੇ ਤੋਂ ਹੈ ਕਿ ਕਰਮ ਸਿੰਘ ਦੇ ਪਿਤਾ ਦੇ ਦਿਲ ਨੂੰ ਮਾਨ ਸਿੰਘ ਦੇ ਕਿਹੜੇ ਸ਼ਬਦਾਂ ਨੇ ਛਲਣੀ ਕਰਤਾ। ਪੀਐਸ ਦਾ ਮਤਲਬ ਹੁੰਦਾ ਬੱਚਿਓ ਜਦੋਂ ਦਿਲ ਨੂੰ ਚੀਰਦੇ ਹੋਏ ਕੋਈ ਸ਼ਬਦ ਕਿਸ ਦੇ ਕਹੇ ਹੋਏ ਵੱਜਦੇ ਨੇ ਤਾਂ ਅਸੀਂ ਉੱਥੇ ਇਹ ਵਾਲਾ ਵਰਡ ਪੀਐਸਡ ਯੂਜ਼ ਕਰਦੇ ਹਾਂ। ਤਾਂ ਸਟੂਡੈਂਟ ਸਾਨੂੰ ਇਹ ਵੀ ਪਤਾ ਹੈ ਕਿ ਜਦੋਂ ਮਾਨ ਸਿੰਘ ਰਾਤ ਦਾ ਖਾਣਾ ਖਾ ਰਿਹਾ ਹੁੰਦਾ ਹੈ ਤਾਂ ਉਸ ਸਮੇਂ ਉਸ ਨਾਲ ਕੋਈ ਚੰਗੀ ਤਰ੍ਹਾਂ ਗੱਲ ਤਾਂ ਕਰ ਨਹੀਂ ਰਿਹਾ ਹੁੰਦਾ, ਤਾਂ ਉਹ ਬਹੁਤ ਹੀ ਆਪਣੇ ਆਪ ਦੇ ਵਿੱਚ ਇਹ ਮਹਿਸੂਸ ਕਰਦਾ ਹੈ ਕਿ ਮੈਂ ਕੀ ਸੋਚ ਕੇ ਆਇਆ ਸੀ ਕਿ ਮੈਂ ਇੰਨੀਆਂ ਗੱਲਾਂ ਕਰਮ ਸਿੰਘ ਦੀਆਂ ਸੁਣਾਊਂਗਾ ਇਹਨਾਂ ਦੀਆਂ ਫੈਮਿਲੀ ਨੂੰ, ਪਰ ਇੱਥੇ ਤਾਂ ਕੋਈ ਮੇਰੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਹੈ। ਤਾਂ ਖਾਣਾ ਖਾਂਦੇ ਹੋਏ ਕਰਮ ਸਿੰਘ ਦਾ ਛੋਟਾ ਬੇਟਾ ਉਸ ਦੇ ਕੋਲ ਆਉਂਦਾ ਹੈ ਤਾਂ ਉਹ ਸੋਚਦਾ ਹੈ ਕਿ ਚਲੋ ਮੈਂ ਇਹਦੇ ਨਾਲ ਹੀ ਕਰਮ ਸਿੰਘ ਦੀਆਂ ਗੱਲਾਂ ਕਰ ਲੈਣਾ ਹੈ, ਤਾਂ ਉਹ ਉਸ ਨੂੰ ਆਪਣੀ ਗੋਦ ਦੇ ਵਿੱਚ ਬਿਠਾ ਲੈਂਦਾ ਹੈ ਅਤੇ ਫਿਰ ਉਹ ਉਸ ਨੂੰ ਪੁੱਛਦਾ ਹੈ ਕਿ ਕੀ ਤੂੰ ਆਪਣੇ ਪਿਤਾ ਕੋਲ ਜਾਏਗਾ, ਮੇਰੇ ਨਾਲ ਚੱਲ, ਜੇ ਤੂੰ ਜਾਣਾ ਚਾਹੁੰਦਾ ਹੈ ਉੱਥੇ ਬਹੁਤ ਸਾਰਾ ਪਾਣੀ ਹੈ, ਤੂੰ ਉਸ ਪਾਣੀ ਦੇ ਵਿੱਚ ਖੂਬ ਖੇਡੇਂਗਾ। ਤਾਂ ਜਦੋਂ ਇਹ ਸ਼ਬਦ ਬੋਲਦਾ ਹੈ, ਇਹ ਸ਼ਬਦ ਸੁਣ ਕੇ ਕਰਮ ਸਿੰਘ ਦੇ ਪਿਤਾ ਜੀ ਬਹੁਤ ਜ਼ਿਆਦਾ ਦੁਖੀ ਹੋ ਜਾਂਦੇ ਨੇ। ਇਹ ਸ਼ਬਦ ਇੱਕ ਤਰ੍ਹਾਂ ਨਾਲ ਉਹਨਾਂ ਦੇ ਦਿਲ ਨੂੰ ਚੀਰ ਕੇ ਰੱਖ ਦਿੰਦੇ ਨੇ ਅਤੇ ਫਿਰ ਉਹ ਇੱਕਦਮ ਬੋਲਦੇ ਨੇ ਕਿ ਬੱਚੇ ਨੂੰ ਇੱਧਰੋਂ ਲੈ ਜਾਓ, ਇਹ ਮਾਨ ਸਿੰਘ ਨੂੰ ਖਾਣਾ ਵੀ ਖਾਣ ਨਹੀਂ ਦੇ ਰਿਹਾ। ਤਾਂ ਬੱਚਿਓ ਅਸੀਂ ਉਹੀ ਆਨਸਰ ਇੱਥੇ ਲਿਖਾਂਗੇ। ਤਾਂ ਆਨਸਰ ਹੈ ਜੀ ਕਿ ਮਾਨ ਸਿੰਘ ਸੈਡ ਟੂ ਕਰਮ ਸਿੰਘਸ ਲਿਟਲ ਸਨ ਵੁੱਡ ਯੂ ਗੋ ਟੂ ਯੂਰ ਫਾਦਰ। ਤਾਂ ਮਾਨ ਸਿੰਘ ਕਰਮ ਸਿੰਘ ਦੇ ਛੋਟੇ ਜਿਹੇ ਪੁੱਤਰ ਨੂੰ ਕਹਿੰਦਾ ਹੈ ਕਿ ਵੁੱਡ ਯੂ ਗੋ ਟੂ ਯੂਰ ਫਾਦਰ, ਕੀ ਤੂੰ ਆਪਣੇ ਪਿਤਾ ਕੋਲ ਜਾਏਗਾ। ਤਾਂ ਬੱਚਿਓ ਇਹ ਵਾਲੀ ਜਿਹੜੀ ਤੁਸੀਂ ਲਾਈਨ ਹੈ ਇਹਨੂੰ ਐਜ਼ ਇਟ ਇਜ਼ ਲਿਖਣਾ ਹੈ, ਕਿਉਂਕਿ ਸ਼ਬਦ ਪੁੱਛੇ ਗਏ ਨੇ ਤਾਂ ਸਾਨੂੰ ਉਹ ਵਾਲੇ ਸ਼ਬਦ ਉਵੇਂ ਹੀ ਲਿਖਣੇ ਚਾਹੀਦੇ ਨੇ ਜਿਵੇਂ ਕਿ ਸਾਡੇ ਚੈਪਟਰ 'ਚ ਆਏ ਨੇ। ਤਾਂ ਇਹਨਾਂ ਨੂੰ ਲਿਖਣ ਦਾ ਤਰੀਕਾ ਇਹ ਹੈ ਕਿ ਤੁਸੀਂ ਪਹਿਲਾਂ ਸਨ ਤੋਂ ਬਾਅਦ ਕੋਮਾ ਲਗਾਓ ਅਤੇ ਫਿਰ ਡਬਲ ਕੋਟ ਸਟਾਰਟ ਕਰਕੇ W ਕੈਪੀਟਲ ਕਰਕੇ ਇਹ ਲਾਈਨ ਸਟਾਰਟ ਕਰੋ ਤੇ ਲਿਖੋ ਵੁੱਡ ਯੂ ਗੋ ਟੂ ਯੂਰ ਫਾਦਰ ਕੁਐਸਚਨ ਮਾਰਕ ਐਂਡ ਇਨਵਰਟਿਡ ਕੋਮਾਸ ਕਲੋਜ਼ਡ। ਤਾਂ ਅਸੀਂ ਬੱਚਿਓ ਆਪਣੀ ਗ੍ਰਾਮਰ ਦੇ ਵਿੱਚ ਨਰੇਸ਼ਨ ਪੜ੍ਹੀ ਹੈ ਤਾਂ ਇਹ ਡਾਇਰੈਕਟ ਸੈਂਟੈਂਸ ਹੈ, ਤਾਂ ਇਹ ਇਸੇ ਤਰ੍ਹਾਂ ਤੁਸੀਂ ਆਪਣੇ ਆਨਸਰ ਵਿੱਚ ਲਿਖ ਕੇ ਆਓ। These words of ਮਾਨ ਸਿੰਘ pierced ਕਰਮ ਸਿੰਘ's father's heart। ਮਾਨ ਸਿੰਘ ਦੇ ਇਹਨਾਂ ਸ਼ਬਦਾਂ ਨੇ ਹੀ ਕਰਮ ਸਿੰਘ ਦੇ ਪਿਤਾ ਦੇ ਦਿਲ ਨੂੰ ਚੀਰ ਕੇ ਰੱਖਤਾ, pierced। 8ਵਾਂ ਕੁਐਸਚਨ ਵੀ ਬੱਚਿਓ ਬਹੁਤ ਹੀ ਇੰਪੋਰਟੈਂਟ ਹੈ। How far was ਤਰਨ ਤਾਰਨ from ਕਰਮ ਸਿੰਘ's village। ਤਾਂ ਕਰਮ ਸਿੰਘ ਦੇ ਪਿੰਡ ਤੋਂ
ਤਰਨ ਤਾਰਨ ਕਿੰਨੀ ਦੂਰ ਸੀ? ਹਾਊ ਫਾਰ। ਫਾਰ ਦਾ ਮਤਲਬ ਹੁੰਦਾ ਬੱਚਿਓ ਦੂਰ, ਹਾਊ ਦਾ ਮਤਲਬ ਇੱਥੇ ਦੂਰੀ ਪੁੱਛਿਆ ਗਿਆ ਹੈ ਕਿ ਕਿੰਨੀ ਦੂਰ ਸੀ ਕਰਮ ਸਿੰਘ ਦਾ ਪਿੰਡ ਤਰਨ ਤਾਰਨ ਤੋਂ। ਤਾਂ ਬੱਚਿਓ ਤੁਹਾਨੂੰ ਯਾਦ ਹੋਣਾ, ਜਦੋਂ ਮਾਨ ਸਿੰਘ ਨੂੰ ਛੁੱਟੀ ਮਿਲਦੀ ਹੈ ਤਾਂ ਕਰਮ ਸਿੰਘ ਮਾਨ ਸਿੰਘ ਨੂੰ ਕਹਿੰਦਾ ਕਿ ਤੂੰ ਮੇਰੇ ਪਿੰਡ ਜ਼ਰੂਰ ਜਾਈਂ, ਉੱਥੇ ਮੇਰੇ ਪਰਿਵਾਰ ਨੂੰ ਮਿਲੀ, ਮੇਰੀ ਸੁੱਖ ਸਾਂਦ ਦੀ ਖਬਰ ਉਹਨਾਂ ਨੂੰ ਦਈ, ਅਤੇ ਨਾਲ ਹੀ ਉਸ ਏਰੀਆ ਦੇ ਵਿੱਚ ਪੈਂਦੇ ਬਹੁਤ ਸਾਰੇ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਜ਼ਰੂਰ ਕਰਕੇ ਆਈ, ਜਿਨ੍ਹਾਂ ਦੇ ਵਿੱਚ ਗੋਇੰਦਵਾਲ ਸਾਹਿਬ, ਖਡੂਰ ਸਾਹਿਬ ਅਤੇ ਤਰਨ ਤਾਰਨ ਸਾਹਿਬ ਸ਼ਾਮਿਲ ਸੀ। ਇਸੇ ਕਰਕੇ ਫਿਰ ਮਾਨ ਸਿੰਘ ਕਰਮ ਸਿੰਘ ਦੇ ਫਾਦਰ ਤੋਂ ਇਹ ਕੁਐਸਚਨ ਕਰਦਾ ਹੈ ਕਿ ਮੈਂ ਤਰਨ ਤਾਰਨ ਜਾਣਾ ਚਾਹੁੰਦਾ ਹਾਂ, ਤਾਂ ਇਹ ਕਿੰਨੀ ਦੂਰ ਹੈ? ਤੇ ਸਾਨੂੰ ਪਤਾ ਲੱਗਦਾ ਹੈ ਕਿ ਉਹ ਉਸ ਪਿੰਡ ਤੋਂ 4 ਮੀਲ ਦੀ ਦੂਰੀ ਤੇ ਹੁੰਦਾ। ਤਾਂ ਆਪਾਂ ਆਨਸਰ ਇਹ ਲਿਖਾਂਗੇ ਕਿ ਤਰਨ ਤਾਰਨ ਵਾਜ਼ ਨੀਅਰਲੀ 4 ਮਾਈਲਸ ਫਰੋਮ ਕਰਮ ਸਿੰਘਸ ਵਿਲੇਜ ਥਾਤੀ ਖਾਰਾ, ਕਿ ਤਰਨ ਤਾਰਨ ਤਕਰੀਬਨ 4 ਮੀਲ ਦੂਰ ਸੀ ਕਰਮ ਸਿੰਘ ਦੇ ਪਿੰਡ ਥਾਤੀ ਖਾਰਾ ਤੋਂ। ਇੱਥੇ ਨੀਅਰਲੀ ਦਾ ਮਤਲਬ ਹੁੰਦਾ ਹੈ ਲਗਭਗ ਜਾਂ ਤਕਰੀਬਨ। ਤਾਂ ਬੱਚੇ ਸਾਨੂੰ ਇਹ ਵੀ ਪਤਾ ਹੈ ਕਿ ਸਟੋਰੀ ਦੇ ਅਗਲੇ ਹਿੱਸੇ ਦੇ ਵਿੱਚ ਫਿਰ ਮਾਨ ਸਿੰਘ ਕਰਮ ਸਿੰਘ ਦੇ ਛੋਟੇ ਭਰਾ ਜਸਵੰਤ ਸਿੰਘ ਦੇ ਨਾਲ ਤਰਨ ਤਾਰਨ ਦਰਸ਼ਨ ਕਰਨ ਜਾਂਦਾ ਹੈ ਅਤੇ ਫਿਰ ਉਹ ਉਸੇ ਦਿਨ ਵਾਪਸ ਵੀ ਚਲਾ ਜਾਂਦਾ ਹੈ। ਸਟੂਡੈਂਟਸ 9th ਕੁਐਸਚਨ ਹੈ ਕਿ ਵਟ ਨਿਊਜ਼ ਡਿਡ ਦਾ ਪੋਸਟਮੈਨ ਬ੍ਰਿੰਗ। ਤਾਂ ਬੱਚਿਓ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ। ਤਾਂ ਇਹ ਹੈ ਕਿ ਡਾਕੀਆ ਕਿਹੜੀ ਖਬਰ ਲੈ ਕੇ ਆਇਆ ਸੀ? ਪੋਸਟਮੈਨ ਦਾ ਮਤਲਬ ਇੱਥੇ ਡਾਕੀਏ ਤੋਂ ਹੈ, ਨਿਊਜ਼ ਖਬਰ ਹੈ। ਤਾਂ ਸਾਨੂੰ ਪਤਾ ਬੱਚਿਓ ਕਿ ਜਦੋਂ ਮਾਨ ਸਿੰਘ ਤੇ ਜਸਵੰਤ ਸਿੰਘ ਸਵੇਰ ਵੇਲੇ ਤਰਨ ਤਾਰਨ ਸਾਹਿਬ ਜਾ ਆਉਂਦੇ ਨੇ ਤਾਂ ਮਾਨ ਸਿੰਘ ਇਹ ਡਿਸਾਈਡ ਕਰਦਾ ਕਿ ਅੱਜ ਰਾਤ ਦੀ ਟ੍ਰੇਨ ਤੋਂ ਮੈਂ ਅੰਮ੍ਰਿਤਸਰ ਜਾਊਂਗਾ। ਤਾਂ ਕਿਉਂਕਿ ਉਸ ਦੀ ਇਹ ਵਿਜ਼ਿਟ ਉਸ ਦੀ ਇੱਛਾ ਮੁਤਾਬਕ ਨਹੀਂ ਰਹੀ ਹੁੰਦੀ, ਹਾਲਾਂਕਿ ਪਰਿਵਾਰ ਦੇ ਹਰ ਮੈਂਬਰ ਨੇ ਉਸ ਨੂੰ ਕੰਫਰਟੇਬਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੁੰਦੀ ਹੈ, ਪਰੰਤੂ ਉਹ ਆਪਣੀ ਵਿਜ਼ਿਟ ਨੂੰ ਓਨਾ ਇੰਜੋਏ ਨਹੀਂ ਕਰ ਪਾਉਂਦਾ ਜਿੰਨਾ ਕਿ ਉਸਨੇ ਸੋਚਿਆ ਹੁੰਦਾ ਹੈ, ਅਤੇ ਉਹ ਪੋਰਚ ਦੇ ਵਿੱਚ ਆਪਣੇ ਖਿਆਲਾਂ ਦੇ ਵਿੱਚ ਬੈਠਾ ਹੁੰਦਾ ਹੈ ਜਦੋਂ ਪੋਸਟਮੈਨ ਆਉਂਦਾ ਹੈ। ਤਾਂ ਇਹ ਕੁਐਸਚਨ ਉਸੇ ਸਮੇਂ ਦੇ ਬਾਰੇ ਹੀ ਹੈ ਕਿ ਪੋਸਟਮੈਨ ਕਿਹੜੀ ਖਬਰ ਲੈ ਕੇ ਆਇਆ ਸੀ। ਤੇ ਸਾਨੂੰ ਇਹ ਵੀ ਪਤਾ ਬੱਚਿਓ ਕਿ ਪੋਸਟਮੈਨ ਕਰਮ ਸਿੰਘ ਦੇ ਪੈਨਸ਼ਨ ਪੇਪਰਸ ਲੈ ਕੇ ਆਇਆ ਹੁੰਦਾ ਹੈ, ਕਿਉਂਕਿ ਕਰਮ ਸਿੰਘ ਦੀ ਬਰਮਾ ਵਾਰ ਦੇ ਵਿੱਚ ਡੈਥ ਹੋ ਗਈ ਹੁੰਦੀ ਹੈ, ਤਾਂ ਉਸ ਤੋਂ ਬਾਅਦ ਉਸ ਨੂੰ ਪੈਨਸ਼ਨ ਲੱਗਣੀ ਹੁੰਦੀ ਹੈ, ਉਹਦੇ ਕਾਗਜ਼ਾਤ ਲੈ ਕੇ ਪੋਸਟਮੈਨ ਉਹਨਾਂ ਦੇ ਘਰ ਆਇਆ ਹੁੰਦਾ। ਤਾਂ ਅਸੀਂ ਆਨਸਰ ਵਿੱਚ ਇਹੀ ਲਿਖਾਂਗੇ, ਦ ਪੋਸਟਮੈਨ ਬ੍ਰੌਟ ਦ ਪੈਨਸ਼ਨ ਪੇਪਰਸ ਆਫ ਕਰਮ ਸਿੰਘ, ਕਿ ਡਾਕੀਆ ਲੈ ਕੇ ਆਇਆ। ਬ੍ਰਿੰਗ ਬ੍ਰੌਟ ਉਹੀ ਪਾਸਟ ਟੈਂਸ ਦੀ ਸਾਡੀ ਸੈਕਿੰਡ ਫਾਰਮ ਲੱਗੀ ਹੋਈ ਹੈ। ਕੀ ਲੈ ਕੇ ਆਇਆ ਜੀ? ਪੈਨਸ਼ਨ ਪੇਪਰਸ, ਕਰਮ ਸਿੰਘ ਦੇ ਪੈਨਸ਼ਨ ਪੇਪਰਸ ਲੈ ਕੇ ਆਇਆ। ਇਟ ਸ਼ੋਡ ਦੈਟ ਕਰਮ ਸਿੰਘ ਵਾਜ਼ ਕਿਲਡ ਇਨ ਦਾ ਵਾਰ, ਜਿੱਥੋਂ ਸਾਨੂੰ ਇਹ ਖਬਰ ਪਤਾ ਲੱਗਦੀ ਹੈ, ਇਟ ਸ਼ੋਡ ਇਹ ਸਾਨੂੰ ਪਤਾ ਲੱਗਦਾ ਹੈ ਕਿ ਕਰਮ ਸਿੰਘ ਮਾਰਿਆ ਗਿਆ ਸੀ ਲੜਾਈ ਦੇ ਦੌਰਾਨ। 10th ਕੁਐਸਚਨ ਹੈ ਜੀ ਕਿ ਵਟ ਵਾਜ਼ ਦਾ ਇਫੈਕਟ ਆਫ ਕਰਮ ਸਿੰਘਸ ਡੈਥ ਔਨ ਮਾਨ ਸਿੰਘ, ਕਿ ਕਰਮ ਸਿੰਘ ਦੀ ਮੌਤ ਦਾ ਕੀ ਅਸਰ ਹੋਇਆ ਮਾਨ ਸਿੰਘ ਦੇ ਉੱਪਰ। ਇਫੈਕਟ ਦਾ ਮਤਲਬ ਇੱਥੇ ਹੈ ਬੱਚਿਓ ਅਸਰ। ਕਰਮ ਸਿੰਘ ਐਪੋਸਟ੍ਰਫੀ ਐਸ ਲੱਗੀ ਹੈ, ਤਾਂ ਕਰਮ ਸਿੰਘ ਦੀ ਡੈਥ ਦਾ, ਉਸ ਦੀ ਮੌਤ ਦਾ ਮਾਨ ਸਿੰਘ ਦੇ ਉੱਪਰ ਕੀ ਅਸਰ ਹੋਇਆ। ਤਾਂ ਬੱਚਿਓ ਜਦੋਂ ਪੋਸਟਮੈਨ ਮਾਨ ਸਿੰਘ ਨੂੰ ਦੱਸਦਾ ਹੈ ਕਿ ਮੈਂ ਕਰਮ ਸਿੰਘ ਦੇ ਪੈਨਸ਼ਨ ਪੇਪਰ ਲੈ ਕੇ ਆਇਆ ਹਾਂ, ਤਾਂ ਮਾਨ ਸਿੰਘ ਬਹੁਤ ਹੀ ਜ਼ਿਆਦਾ ਹੈਰਾਨ ਹੁੰਦਾ ਹੈ ਤੇ ਉਸ ਨੂੰ ਪੁੱਛਦਾ ਹੈ ਕਿ ਕੀ ਕਰਮ ਸਿੰਘ ਦੀ ਮੌਤ ਹੋ ਗਈ ਹੈ ਲੜਾਈ ਦੇ ਵਿੱਚ। ਪੋਸਟਮੈਨ ਕਹਿੰਦਾ ਹੈ ਇਸ ਪਿੰਡ ਦਾ ਹਰ ਇੱਕ ਦਰਖਤ ਅਤੇ ਹਰ ਇੱਕ ਪੰਛੀ ਸੋਗ ਦੇ ਵਿੱਚ ਹੈ, ਤੇ ਤੂੰ ਉਸਦੇ ਘਰ ਵਿੱਚ ਬੈਠਾ ਮੈਨੂੰ ਪੁੱਛ ਰਿਹਾ ਹੈ ਕਿ ਕੀ ਉਹ ਮਾਰਿਆ ਗਿਆ। ਕਹਿੰਦੇ ਉਸ ਦੀ ਮੌਤ ਦੀ ਖਬਰ ਤਾਂ 15 ਦਿਨ ਪਹਿਲਾਂ ਹੀ ਆ ਚੁੱਕੀ। ਤਾਂ ਬੱਚਿਓ ਸਾਨੂੰ ਪਤਾ ਹੈ ਕਿ ਇਹ ਖਬਰ ਮਾਨ ਸਿੰਘ ਕੋਲ ਨਹੀਂ ਸੀ ਪਹੁੰਚੀ ਹੁੰਦੀ, ਕਿਉਂਕਿ ਉਹ ਉਸ ਸਮੇਂ ਆਪਣੇ ਪਿੰਡ ਚੂਹੜਕਲਾਂ ਵਿੱਚ ਹੁੰਦਾ ਤੇ ਉੱਥੇ ਤੱਕ ਉਸ ਨੂੰ ਖਬਰ ਇਹ ਨਹੀਂ ਸੀ ਮਿਲੀ ਹੁੰਦੀ। ਇਸੇ ਕਰਕੇ ਉਸਦੇ ਪਰਿਵਾਰ ਦੇ ਮੈਂਬਰ ਉਸ ਨਾਲ ਪੂਰੀ ਤਰ੍ਹਾਂ ਖੁੱਲ੍ਹ ਕੇ ਗੱਲਬਾਤ ਨਹੀਂ ਕਰ ਪਾ ਰਹੇ ਹੁੰਦੇ। ਤਾਂ ਫਿਰ ਮਾਨ ਸਿੰਘ ਬਹੁਤ ਹੀ ਜ਼ਿਆਦਾ ਦੁਖੀ ਹੁੰਦਾ ਹੈ, ਤਾਂ ਉਸਦਾ ਗਲਾ ਪੂਰੀ ਤਰ੍ਹਾਂ ਭਰ ਆਉਂਦਾ ਹੈ, ਬਹੁਤ ਜ਼ਿਆਦਾ ਰੋਂਦਾ ਹੈ। ਤਾਂ ਅਸੀਂ ਇਹੀ ਆਨਸਰ ਬੱਚਿਓ ਇਸ ਕੁਐਸਚਨ ਦੇ ਆਨਸਰ ਦੇ ਵਿੱਚ ਲਿਖਾਂਗੇ। ਤਾਂ ਆਨਸਰ ਹੈ ਕਿ ਮਾਨ ਸਿੰਘ ਫੈਲਟ ਚੋਕਡ ਇਨ ਹਿਜ਼ ਬ੍ਰੈਸਟ ਐਂਡ ਥਰੋਟ, ਕਿ ਮਾਨ ਸਿੰਘ ਨੂੰ ਇੰਜ ਮਹਿਸੂਸ ਹੋਇਆ ਕਿ ਉਸਦੀ ਛਾਤੀ ਅਤੇ ਗਲਾ ਪੂਰੀ ਤਰ੍ਹਾਂ ਭਰ ਆਇਆ ਹੈ। ਚੋਕ ਦਾ ਮਤਲਬ ਹੁੰਦਾ ਬੱਚਿਓ ਜਦੋਂ ਕੋਈ ਇਨਸਾਨ ਸਾਹ ਨਹੀਂ ਲੈ ਪਾਉਂਦਾ, ਉਸਦਾ ਗਲਾ ਭਰ ਆਉਂਦਾ ਹੈ ਤੇ ਉਹ ਸਾਹ ਲੈਣ ਦੇ ਵਿੱਚ ਉਸ ਨੂੰ ਕਠਿਨਾਈ ਹੁੰਦੀ ਹੈ, ਤਾਂ ਉਹ ਕੰਡੀਸ਼ਨ ਨੂੰ ਚੋਕਡ ਕਿਹਾ ਜਾਂਦਾ ਹੈ। ਹਿਸ ਬੋਡੀ ਵਾਸ ਸੀਜ਼ਡ ਬਾਈ ਅ ਸਡਨ ਨਮਨੈਸ, ਤਾਂ ਉਸਦੀ ਜਿਹੜੀ ਬੋਡੀ ਹੈ ਇੱਕਦਮ ਨੰਬ ਹੋ ਜਾਂਦੀ ਹੈ। ਨਮਨੈਸ ਦਾ ਮਤਲਬ ਹੁੰਦਾ ਬੱਚਿਓ ਸੁੰਨ ਹੋ ਜਾਣਾ। ਜਦੋਂ ਸਾਡੀ ਬੋਡੀ ਬਿਲਕੁਲ ਫੀਲ ਨਾ ਕਰ ਪਾਵੇ ਤਾਂ ਉਹ ਕੰਡੀਸ਼ਨ ਦੇ ਵਿੱਚ ਆਪਾਂ ਇਹ ਵਾਲੀ ਕਹਿੰਦੇ ਆ। ਤੇ ਸੀਜ਼ ਦਾ ਮਤਲਬ ਹੁੰਦਾ ਬੱਚਿਓ ਜਕੜ ਜਾਣਾ, ਕਿ ਉਹ ਇੱਕਦਮ ਸੁੰਨ ਹੋਈ ਜਕੜ ਜਾਂਦੀ ਹੈ। ਅ ਫਲੱਡ ਆਫ ਟੀਅਰਸ ਰਸ਼ ਟੂ ਹਿਜ਼ ਆਈਜ਼, ਅਤੇ ਉਸ ਦੀਆਂ ਅੱਖਾਂ ਦੇ ਵਿੱਚੋਂ ਹੰਝੂਆਂ ਦਾ ਹੜ੍ਹ ਵਗ ਆਉਂਦਾ ਹੈ। ਫਲੱਡ ਦਾ ਮਤਲਬ ਇੱਥੇ ਬੱਚਿਓ ਹੜ੍ਹ ਹੈ। ਟੀਅਰਸ ਹੰਝੂ ਨੂੰ ਕਿਹਾ ਜਾਂਦਾ ਹੈ। ਰਸ਼ ਟੂ ਹਿਜ਼ ਆਈਜ਼ ਉਸ ਦੀਆਂ ਅੱਖਾਂ ਦੇ ਵਿੱਚ ਹੰਝੂਆਂ ਦਾ ਇੱਕ ਹੜ੍ਹ ਆ ਜਾਂਦਾ ਹੈ। 11ਵਾਂ ਕੁਐਸਚਨ ਹੈ ਤੇ ਇੰਪੋਰਟੈਂਟ ਕੁਐਸਚਨ ਹੈ ਬੱਚਿਓ ਕਿ ਵਾਈ ਡਿਡ ਦੀ ਮੈਂਬਰਸ ਆਫ ਕਰਮ ਸਿੰਘਸ ਫੈਮਿਲੀ ਨਾਟ ਬ੍ਰੇਕ ਦਾ ਨਿਊਜ਼ ਆਫ ਹਿਜ਼ ਡੈਥ ਟੂ ਮਾਨ ਸਿੰਘ। ਵਾਈ ਦਾ ਮਤਲਬ ਕਿਉਂ ਤੋਂ ਹੈ ਕਿ ਕਿਉਂ ਕਰਮ ਸਿੰਘ ਦੀ ਪਰਿਵਾਰ ਦੇ ਮੈਂਬਰਸ ਮਾਨ ਸਿੰਘ ਨੂੰ ਉਸ ਦੀ ਡੈਥ ਬਾਰੇ ਖਬਰ ਕਿਉਂ ਨਹੀਂ ਦਿੰਦੇ। ਬ੍ਰੇਕ ਦਾ ਨਿਊਜ਼, ਬ੍ਰੇਕ ਦਾ ਨਿਊਜ਼ ਦਾ ਮਤਲਬ ਹੁੰਦਾ ਬੱਚਿਓ
ਖਬਰ ਦੇਣਾ। ਤਾਂ ਉਹ ਖਬਰ ਕਿਉਂ ਨਹੀਂ ਦਿੰਦੇ ਮਾਨ ਸਿੰਘ ਨੂੰ ਕਿ ਉਸਦੇ ਫਰੈਂਡ ਕਰਮ ਸਿੰਘ ਦੀ ਡੈਥ ਹੋ ਗਈ ਹੁੰਦੀ ਹੈ। ਤਾਂ ਬੱਚਿਓ ਉਸਦੇ ਫੈਮਿਲੀ ਮੈਂਬਰਸ ਇਸ ਕਰਕੇ ਮਾਨ ਸਿੰਘ ਨੂੰ ਕਰਮ ਸਿੰਘ ਦੀ ਮੌਤ ਦੀ ਖਬਰ ਨਹੀਂ ਸੀ ਦੇਣਾ ਚਾਹੁੰਦੇ, ਕਿਉਂਕਿ ਉਹ ਨਹੀਂ ਸੀ ਚਾਹੁੰਦੇ ਕਿ ਮਾਨ ਸਿੰਘ ਦੀਆਂ ਛੁੱਟੀਆਂ ਦਾ ਮਜ਼ਾ ਖਰਾਬ ਹੋਵੇ। ਮਾਨ ਸਿੰਘ ਨੂੰ ਛੁੱਟੀ ਬਹੁਤ ਦੇਰ ਬਾਅਦ ਮਿਲੀ ਸੀ, ਯੁੱਧ ਦੇ ਦੌਰਾਨ ਉਸ ਨੂੰ ਛੁੱਟੀ ਮਿਲੀ ਸੀ। ਅਤੇ ਸਾਨੂੰ ਇਹ ਵੀ ਪਤਾ ਹੈ ਕਿ ਜਦੋਂ ਮਾਨ ਸਿੰਘ ਉਸਦੇ ਫਾਦਰ ਨੂੰ ਪੁੱਛਦਾ ਹੈ ਕਿ ਤੁਸੀਂ ਮੈਨੂੰ ਕਰਮ ਸਿੰਘ ਦੀ ਮੌਤ ਦੇ ਬਾਰੇ ਕਿਉਂ ਨਹੀਂ ਦੱਸਿਆ, ਤਾਂ ਉਸਦਾ ਫਾਦਰ ਕਹਿੰਦਾ ਹੈ ਕਿ ਅਸੀਂ ਤੇਰੀ ਛੁੱਟੀਆਂ ਦੀ ਇੰਜੋਇਮੈਂਟ ਖਰਾਬ ਨਹੀਂ ਸੀ ਕਰਨਾ ਚਾਹੁੰਦੇ, ਕਿਉਂਕਿ ਸਾਡਾ ਪੁੱਤਰ ਵੀ ਛੁੱਟੀਆਂ ਬਹੁਤ ਪਸੰਦ ਕਰਦਾ ਸੀ ਅਤੇ ਤੁਸੀਂ ਤਾਂ ਵੈਸੇ ਵੀ ਬਾਹਰ ਵਾਲੇ ਇਲਾਕੇ 'ਚੋਂ ਆਉਂਦੇ ਹੋ, ਉੱਥੇ ਦੇ ਲੋਕ ਥੋੜ੍ਹੀ ਜਿਹੀ ਕੰਫਰਟੇਬਲ ਲਿਵਿੰਗ ਜ਼ਿਆਦਾ ਪਸੰਦ ਕਰਦੇ ਨੇ। ਅਤੇ ਉਹ ਸੌਰੀ ਫੀਲ ਕਰਦਾ ਹੈ ਕਿ ਅਸੀਂ ਇਹ ਖਬਰ ਤੇਰੇ ਤੋਂ ਛੁਪਾ ਨਾ ਸਕੇ, ਇਸ ਕਰਕੇ ਮੈਂ ਤੇਰੇ ਤੋਂ ਮਾਫੀ ਵੀ ਮੰਗਦਾ। ਤਾਂ ਅਸੀਂ ਆਨਸਰ ਬੱਚਿਓ ਇਹ ਲਿਖਾਂਗੇ ਕਿ ਦੇ ਡਿਡ ਨੋਟ ਵਾਂਟ ਟੂ ਸਪੋਇਲ ਮਾਨ ਸਿੰਘਸ ਹੌਲੀਡੇਜ਼, ਕਿ ਉਹ ਨਹੀਂ ਸੀ ਚਾਹੁੰਦੇ, ਡਿਡ ਨੋਟ ਵਾਂਟ ਨਹੀਂ ਸੀ ਚਾਹੁੰਦੇ ਕਿ ਉਹ ਖਰਾਬ ਕਰਨ। ਟੂ ਸਪੋਇਲ, ਸਪੋਇਲ ਦਾ ਮਤਲਬ ਹੁੰਦਾ ਬੱਚਿਓ ਖਰਾਬ ਕਰਨਾ। ਮਾਨ ਸਿੰਘ ਦੀਆਂ ਛੁੱਟੀਆਂ ਨੂੰ, ਮਾਨ ਸਿੰਘਸ ਹੌਲੀਡੇਜ਼, ਇੱਥੇ ਫਿਰ ਐਪੋਸਟ੍ਰੋਫੀ ਐਸ ਲੱਗੀ ਹੈ, ਤਾਂ ਮਾਨ ਸਿੰਘ ਦੀਆਂ ਛੁੱਟੀਆਂ ਨੂੰ ਉਹ ਖਰਾਬ ਨਹੀਂ ਸੀ ਕਰਨਾ ਚਾਹੁੰਦੇ। ਇਸ ਕਰਕੇ ਉਹ ਮਾਨ ਸਿੰਘ ਦੇ ਨਾਲ ਕਰਮ ਸਿੰਘ ਦੀ ਗੱਲ ਵੀ ਚੰਗੀ ਤਰ੍ਹਾਂ ਨਹੀਂ ਸੀ ਕਰ ਪਾ ਰਹੇ। ਉਹਦਾ ਕਾਰਨ ਸਿਰਫ ਇਹੀ ਸੀ ਕਿ ਉਹ ਕਰਮ ਸਿੰਘ ਦੀ ਮੌਤ ਦੀ ਖਬਰ ਮਾਨ ਸਿੰਘ ਨੂੰ ਨਹੀਂ ਸੀ ਦੇਣਾ ਚਾਹੁੰਦੇ। ਤੇ ਬੱਚਿਓ ਸਾਡਾ ਇਸ ਚੈਪਟਰ ਦਾ ਲਾਸਟ ਕੁਐਸਚਨ ਹੈ, ਇਹ ਵੀ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਕਿ ਵਾਈ ਡਿਡ ਮਾਨ ਸਿੰਘ ਕੰਪੇਅਰ ਕਰਮ ਸਿੰਘਸ ਫਾਦਰ ਟੂ ਅ ਬੁਲ who bore upon its head the burden of the whole earth, ਕਿ ਕਿਉਂ ਮਾਨ ਸਿੰਘ ਨੇ ਤੁਲਨਾ ਕੀਤੀ ਕਰਮ ਸਿੰਘ ਦੇ ਪਿਤਾ ਦੀ, ਕਰਮ ਸਿੰਘ ਦੇ ਪਿਤਾ ਦੀ ਤੁਲਨਾ ਮਾਨ ਸਿੰਘ ਨੇ ਕਿਉਂ ਕੀਤੀ, ਕਿਸ ਦੇ ਨਾਲ, ਇੱਕ ਬੁੱਲ ਦੇ ਨਾਲ। ਬੁੱਲ ਦਾ ਮਤਲਬ ਇੱਥੇ ਬਲਦ ਹੈ ਬੱਚਿਓ, ਜਿਸ ਨੇ ਕਿ ਆਪਣੇ ਸਿਰ ਦੇ ਉੱਪਰ ਪੂਰੀ ਧਰਤੀ ਦਾ ਭਾਰ ਚੱਕਿਆ ਹੋਇਆ ਹੈ। ਇੱਥੇ ਬੋਰ ਅਪੋਨ ਇੱਕ ਫਰੇਜ਼ਲ ਵਰਬ ਹੈ। ਬੋਰ ਜਿਹੜੀ ਹੈ ਇਹ ਬੇਅਰ ਦੀ ਦੂਸਰੀ ਹੈ ਜੀ, ਬੇਅਰ ਬੋ ਬੋਨ, ਤੇ ਬੇਅਰ ਬੋਨ ਦਾ ਮਤਲਬ ਹੁੰਦਾ ਬੱਚਿਓ ਭਾਰ ਸਹਿਣਾ। ਤਾਂ ਉਸਨੇ ਕਰਮ ਸਿੰਘ ਦੇ ਪਿਤਾ ਨੂੰ ਉਸ ਬੁੱਲ ਦੇ ਨਾਲ, ਉਸ ਬਲ ਦੇ ਨਾਲ ਕਿਉਂ ਕੰਪੇਅਰ ਕੀਤਾ, ਕਿਉਂ ਤੁਲਨਾ ਕੀਤੀ, ਜਿਸ ਬਲ ਦੇ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਉਸਨੇ ਪੂਰੀ ਧਰਤੀ ਦਾ ਭਾਰ ਆਪਣੇ ਸਿਰ ਤੇ ਧਾਰਨ ਕੀਤਾ ਹੋਇਆ ਹੈ। ਤਾਂ ਬੱਚਿਓ ਸਟੋਰੀ ਦੇ ਐਂਡ ਦੇ ਵਿੱਚ ਜਦੋਂ ਮਾਨ ਸਿੰਘ ਸਾਥੀ ਖਾਰਾ ਤੋਂ ਜਾ ਰਿਹਾ ਹੁੰਦਾ ਹੈ, ਤਾਂ ਉਸ ਸਮੇਂ ਉਹ ਪਿੰਡ ਦੇ ਆਲੇ ਦੁਆਲੇ ਨੂੰ ਦੇਖਦਾ ਹੈ, ਜਿਸ ਮਾਹੌਲ ਦੇ ਵਿੱਚ ਕਰਮ ਸਿੰਘ ਦਾ ਪਿਤਾ ਪੈਦਾ ਹੋਇਆ ਹੁੰਦਾ ਹੈ ਤੇ ਪਲਿਆ ਬੜਿਆ ਹੁੰਦਾ ਹੈ। ਤਾਂ ਉੱਥੇ ਉਸ ਨੂੰ ਬਹੁਤ ਸਾਰੇ ਫੋਰਟਸ ਦਿਖਦੇ ਨੇ, ਕਿਲੇ ਦਿਖਦੇ ਨੇ, ਟੂਮਸ ਦਿਖਦੀਆਂ ਨੇ, ਕਬਰਾਂ ਦਿਖਦੀਆਂ ਨੇ ਅਤੇ ਮੋਨੂਮੈਂਟਸ ਦਿਖਦੇ ਨੇ, ਸਮਾਰਕ ਦਿਖਦੇ ਨੇ, ਜਿਸ ਤੋਂ ਉਸ ਨੂੰ ਪਤਾ ਲੱਗਦਾ ਹੈ ਇਹ ਸਮਾਰਕ, ਇਹ ਕਬਰਾਂ ਉਹਨਾਂ ਮਹਾਨ ਯੋਧਿਆਂ ਦੀਆਂ ਨੇ ਜਿਨ੍ਹਾਂ ਨੇ ਬਹਾਦਰੀ ਨਾਲ ਮੁਕਾਬਲਾ ਕੀਤਾ, ਉਹਨਾਂ ਇਨਵੇਡਰਸ ਦਾ, ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਭਾਰਤ ਤੇ ਸਾਡੇ ਹਮਲਾ ਕੀਤਾ ਸੀ। ਅਤੇ ਫਿਰ ਮਾਨ ਸਿੰਘ ਨੂੰ ਲੱਗਿਆ ਕਿ ਸ਼ਾਇਦ ਕਰਮ ਸਿੰਘ ਦੇ ਪਿਤਾ ਦੀ ਸਟਰੈਂਥ ਦਾ ਜਿਹੜਾ ਸੀਕ੍ਰੇਟ ਸੀ, ਭੇਦ ਸੀ, ਉਸਦੇ ਹੌਸਲੇ ਦਾ ਜਿਹੜਾ ਭੇਦ ਸੀ ਉਹ ਇਹੀ ਸੀ ਕਿ ਉਸਨੇ ਇੰਨੇ ਮਹਾਨ ਧਰਤੀ ਦੇ ਵਿੱਚ ਜਨਮ ਲਿਆ ਅਤੇ ਉਹ ਪਲਿਆ ਬੜਿਆ। ਅਤੇ ਫਿਰ ਉਸ ਨੂੰ ਉਸ ਬੁੱਲ ਦੀ ਯਾਦ ਆਈ, ਉਸ ਬਲ ਦੀ ਯਾਦ ਆਈ ਜਿਸ ਨੇ ਕਿ ਪੂਰੀ ਧਰਤੀ ਦਾ ਭਾਰ ਆਪਣੇ ਸਿਰ ਦੇ ਉੱਪਰ ਧਾਰਨ ਕੀਤਾ ਹੋਇਆ ਹੈ। ਅਤੇ ਫਿਰ ਮਾਨ ਸਿੰਘ ਨੇ ਉਸ ਬੁੱਲ ਦੇ ਨਾਲ ਕਰਮ ਸਿੰਘ ਦੇ ਪਿਤਾ ਦੀ ਤੁਲਨਾ ਕੀਤੀ, ਕਿਉਂਕਿ ਉਸਦੇ ਪਿਤਾ ਜੀ ਵੀ ਬਿਲਕੁਲ ਅਜਿਹੀ ਹੀ ਬਿਨੈਵਲੈਂਟ ਸਪਿਰਿਟ ਸੀਗੇ, ਇੱਕ ਮਹਾਨ ਆਤਮਾ ਸੀ, ਜਿਨ੍ਹਾਂ ਦੇ ਆਪਣੇ ਮਨ ਤੇ ਐਡਾ ਵੱਡਾ ਬੋਝ ਸੀ ਆਪਣੇ ਪੁੱਤਰ ਦੀ ਮੌਤ ਦਾ, ਪਰੰਤੂ ਫਿਰ ਵੀ ਉਹਨਾਂ ਨੇ ਮਾਨ ਸਿੰਘ ਦੀ ਖੁਸ਼ੀਆਂ ਦਾ ਖਿਆਲ ਰੱਖਿਆ। ਤਾਂ ਅਸੀਂ ਆਨਸਰ ਬੱਚਿਓ ਇਹੀ ਲਿਖਾਂਗੇ ਕਿ ਮਾਨ ਸਿੰਘ had heard that a bull bore upon its head the burden of the whole earth। ਤਾਂ ਮਾਨ ਸਿੰਘ ਨੇ ਸੁਣਿਆ ਹੋਇਆ ਸੀ, had heard, ਇੱਥੇ ਅਸੀਂ past perfect tense ਯੂਜ਼ ਕੀਤਾ ਹੈ ਕਿ ਇੱਕ ਬਲਦ ਨੇ bore upon ਸਹਿਨ ਕੀਤਾ ਹੋਇਆ ਹੈ ਆਪਣੇ ਸਿਰ ਦੇ ਉੱਪਰ ਉਹ ਸਾਰਾ ਭਾਰ, ਕਿਸ ਦਾ, ਪੂਰੀ ਧਰਤੀ ਦਾ। ਤਾਂ ਕਰਮ ਸਿੰਘ's father was just like that bull, ਕਰਮ ਸਿੰਘ ਦੇ ਪਿਤਾ ਬਿਲਕੁਲ ਅਜਿਹੇ ਬੁੱਲ ਦੀ ਤਰ੍ਹਾਂ ਹੀ ਸੀ, ਅਜਿਹੇ ਬਲ ਦੀ ਤਰ੍ਹਾਂ ਹੀ ਸੀ, because he was also willing to share other people's burdens, ਕਿਉਂਕਿ ਉਹ ਮਨੋ ਤਿਆਰ ਸੀ, he was also willing, ਉਹ ਮਨੋ ਤਿਆਰ ਸੀ ਕਿ ਉਹ ਸ਼ੇਅਰ ਕਰ ਸਕਦੇ ਸੀ, ਉਹ ਵੰਡਾ ਸਕਦੇ ਸੀ ਹੋਰ ਲੋਕਾਂ ਦੇ ਭਾਰਾਂ ਨੂੰ ਵੀ, ਹੋਰ ਲੋਕਾਂ ਦੇ ਦੁੱਖਾਂ ਦਰਦਾਂ ਨੂੰ ਵੀ ਉਹ ਸਹਿਨ ਕਰ ਸਕਦੇ ਸੀ। ਹਾਲਾਂਕਿ ਪਿਤਾ ਦਾ ਆਪਣਾ ਹੀ ਦੁੱਖ ਬਹੁਤ ਵੱਡਾ ਸੀ ਕਿਉਂਕਿ ਉਹਨਾਂ ਦੇ ਬੇਟੇ ਦੀ ਮੌਤ ਹੋਈ ਸੀ, ਪਰੰਤੂ ਫਿਰ ਵੀ ਉਹ ਦੂਜੇ ਦੇ ਦੁੱਖਾਂ ਦਾ ਖਿਆਲ ਕਰ ਰਹੇ ਸੀ। ਉਹ ਮਾਨ ਸਿੰਘ ਦੇ ਕੰਫਰਟ ਲੈਵਲ ਦਾ ਖਿਆਲ ਕਰ ਰਹੇ ਸੀ ਕਿ ਉਸ ਨੂੰ ਇਹ ਖਬਰ ਨਾ ਮਿਲੇ ਤਾਂ ਕਿ ਉਸ ਦੀਆਂ ਛੁੱਟੀਆਂ ਖਰਾਬ ਨਾ ਹੋਣ। ਤਾਂ ਬੱਚਿਓ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਸਾਰੇ ਸ਼ਾਰਟ ਆਨਸਰ ਟਾਈਪ ਕੁਐਸਚਨਸ ਸਮਝ ਆ ਗਏ ਹੋਣਗੇ। ਜੇਕਰ ਫਿਰ ਵੀ ਤੁਹਾਨੂੰ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਮੈਂ ਫਿਰ ਵੀ ਤੁਹਾਨੂੰ ਇੱਕ ਵਾਰੀ ਅਪੀਲ ਕਰਾਂਗਾ ਕਿ ਜੇਕਰ ਤੁਸੀਂ ਇਹ ਚੈਪਟਰ ਪੂਰੀ ਤਰ੍ਹਾਂ ਸਮਝਿਆ ਹੋਇਆ ਹੈ ਤਾਂ ਫਿਰ ਤੁਹਾਨੂੰ ਇਹ ਸ਼ਾਰਟ ਆਨਸਰ ਟਾਈਪ ਕੁਐਸਚਨ ਸਮਝਣ ਦੇ ਵਿੱਚ, ਯਾਦ ਕਰਨ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਆਏਗੀ। ਤਾਂ ਤੁਸੀਂ ਮੇਰੇ ਦੁਆਰਾ ਬਣਾਏ ਹੋਏ ਇਸ ਚੈਪਟਰ ਦੀ ਐਕਸਪਲੇਨੇਸ਼ਨ ਵਾਲੇ ਵੀਡੀਓ ਜ਼ਰੂਰ ਦੇਖੋ। ਮੈਂ ਇਸ ਵੀਡੀਓ ਦੇ ਐਂਡ ਤੇ ਇਹ ਵਾਲੇ ਵੀਡੀਓਜ਼ ਤੁਹਾਡੇ ਨਾਲ ਇੱਕ ਵਾਰੀ ਫੇਰ ਸ਼ੇਅਰ ਕਰ ਰਿਹਾ ਹਾਂ।
ਨੈਕਸਟ ਵੀਡੀਓ ਦੇ ਵਿੱਚ ਆਪਾਂ ਇਸ ਚੈਪਟਰ ਦੇ ਲੌਂਗ ਆਨਸਰ ਟਾਈਪ ਕੁਐਸਚਨਸ ਨੂੰ ਡਿਸਕਸ ਕਰਾਂਗੇ। ਫਿਰ ਮਿਲਦੇ ਹਾਂ ਜੀ, ਧੰਨਵਾਦ।